नवजोत सिद्धू अपने तौर पर कोई फैसला लेंदे वाजिब रहेगा ਜਾਂ ਤੁਹਾਨੂੰ ਲੱਗਦਾ ਕਿ ਕਾਂਗਰਸ 'ਚ ਰਹਿ ਕੇ ਵੀ ਉਹ ਅਗਵਾਈ ਕਰਨ ਦੇ ਚਾਂਸਸ ਬਣੇ ਹੋਏ ਆ ਜੇ? ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਵਿੱਚ ਰਹਿ ਕੇ ਆਪਣੀ ਜਗ੍ਹਾ ਬਣਾ ਕੇ ਕਰਦੇ ਆ, ਇਹ ਉਹਨਾਂ ਲਈ ਬੈਸਟ ਆਪਸ਼ਨ ਹੈ। ਅਗਰ ਉਹ ਭਾਜਪਾ ਵੱਲ ਜਾਂਦੇ ਆ ਤਾਂ ਸਾਰੇ ਜਿਹੜੀ ਉਹਨਾਂ ਦੀ ਪ੍ਰੈਸਟੀਜ ਹੈ ਨਾ ਉਹ ਮਿੱਟੀ ਪਲੀਤ ਹੋ ਜਾਣੀ ਹੈ। ਸਿਰਫ ਹੈ ਕਿ ਮੈਂ ਬੜਾ ਅੱਛਾ ਬੋਲਦਾ ਹਾਂ, ਮੇਰੀ ਇਮੇਜ ਸਾਫ਼ ਹੈ, ਦੈਟ ਇਜ਼ ਨਾਟ ਇਨਫ। ਯੂ ਨੀਡ ਟੂ ਹੈਵ ਇਨਫਰਾਸਟ੍ਰਕਚਰ। ਪ੍ਰਿयंका गांधी ਤੇ ਰਾਹੁਲ ਗਾਂਧੀ ਕਾਂਗਰਸ ਦੇ ਵਿੱਚ ਐਕਟਿਵ ਹੋ ਗਏ ਆ, ਉਹਨਾਂ ਦੇ ਇੰਟਰਵੀਨ ਕਰਕੇ ਕਾਂਗਰਸ ਦੇ ਵਿੱਚ ਹੀ ਆਪਣੀ ਕੋਈ ਰਿਸਪੈਕਟੇਬਲ ਜਗ੍ਹਾ ਬਣਾਉਣ ਔਰ ਫਿਰ ਇਸ ਤੋਂ ਬਾਅਦ ਅੱਗੇ ਚੱਲਣ, ਉਹੀ ਬੈਸਟ ਆਪਸ਼ਨ ਉਹਨਾਂ ਲਈ ਹੈ। ਪੰਜਾਬ 'ਚ ਲੱਗ ਰਿਹਾ ਕਿ ਕਾਂਗਰਸ ਦੀ ਬੇੜੀ ਡੁੱਬ ਰਹੀ ਹੈ ਤਾਂ ਡੁੱਬਦੀ ਬੇੜੀ ਨੂੰ ਨਵਜੋਤ ਸਿੱਧੂ ਹੀ ਬਚਾ ਸਕਦਾ ਹੈ ਕਿ ਨਵਜੋਤ ਸਿੱਧੂ ਉਹਨਾਂ ਦੀ ਮੈਡਮ ਨੇ ਜਿਸ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਜਿਹੜਾ ਹੈਗਾ ਬਿਆਨ ਦੇ ਕੇ ਇੱਕ ਸੌਫਟ ਜਿਹੜਾ ਅਪਰੋਚ ਦਿਖਾਈ ਹੈਗੀ ਹੈ, ਜੇ ਨਵਜੋਤ ਸਿੱਧੂ ਨੂੰ ਭਾਰਤੀ ਜਨਤਾ ਪਾਰਟੀ ਜਿਸ ਤਰੀਕੇ ਨਾਲ ਨਜ਼ਰ ਆ ਰਿਹਾ ਜੇ ਅੱਗੇ ਲੈ ਕੇ ਆਉਂਦੀ ਹੈ ਫਿਰ ਇੱਕ ਪੰਜਾਬੀ ਚਿਹਰਾ ਤਾਂ ਜਿਹੜਾ ਹੈਗਾ ਅੱਗੇ ਨਜ਼ਰ ਆਏਗਾ ਹੀ ਨਾ ਸਾਰਿਆਂ ਨੂੰ। ਕਿ ਜੇ ਇਸ ਵੇਲੇ ਆਪ ਦੀ ਬਜਾਏ ਸਾਨੂੰ ਕਾਂਗਰਸ ਆ ਜੇ ਤਾਂ ਆਪ ਤੋਂ ਬੜੇ ਵੱਡੇ ਖਦਸ਼ੇ ਪ੍ਰਗਟ ਕੀਤੇ ਗਏ ਤਾਂ ਉਹ ਸਾਰੇ ਦੇ ਸਾਰੇ ਈਵਨ ਮੈਨੂੰ ਲੱਗਦਾ ਕਿ ਜਿਹੜੇ ਪ੍ਰੋ ਬੀਜੇਪੀ ਵੀ ਸੀਗੇ, ਕੁਝ ਜਿਹੜੇ ਆਰਐਸਐਸ ਪ੍ਰਤੀ ਜਿਹੜੇ ਹਮਦਰਦੀ ਰੱਖਦੇ ਸੀ ਵੋਟਰ, ਮੈਂ ਖੁਦ ਉਹਨਾਂ ਨਾਲ ਗੱਲ ਕੀਤੀ, ਉਹਨਾਂ ਨੇ ਕਿਹਾ ਕਿ ਅਸੀਂ ਆਰਐਸਐਸ ਦੇ ਬੰਦੇ ਹਾਂ ਪਰ ਅਸੀਂ ਵੋਟ ਕਾਂਗਰਸ ਨੂੰ ਪਾਵਾਂਗੇ। ਪਿਛਲੀ ਵਾਰੀ ਕੁਝ ਇਸ ਤਰ੍ਹਾਂ ਵੀ ਹੋਇਆ ਕਿ ਆਰਐਸਐਸ ਜਾਂ ਬੀਜੇਪੀ ਦੇ ਬੰਦਿਆਂ ਨੇ ਵੀ ਕਾਂਗਰਸ ਨੂੰ ਪਾਈ ਵੋਟ, ਜਿਹੜੀ ਸ਼ਾਇਦ ਲੱਗਦਾ ਹੁਣ ਨਹੀਂ ਹੋਏਗਾ ਤਾਂ ਕਿ ਆਰਐਸਐਸ ਨੂੰ ਉਤੋਂ ਬੜੀਆਂ ਕਲੀਅਰ ਇਨਸਟਰਕਸ਼ਨਸ ਆਈਆਂ ਸੀ ਕਿ ਉਹ ਆਪਣੀ ਵੋਟ ਕਾਂਗਰਸ ਨੂੰ ਪਾਉਣ ਤਾਂ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤ ਫਾਇਦਾ ਨਾ ਹੋਵੇ, ਉਹ ਕਿਤੇ ਸੱਤਾ ਦੇ ਵਿੱਚ ਨਾ ਆ ਜਾਣ। ਕਿ ਵੀ ਆਪਾਂ ਪੂਰੀ ਕੋਸ਼ਿਸ਼ ਕਰਨੀ ਹੈ ਕਿ ਆਮ ਆਦਮੀ ਪਾਰਟੀ ਨੂੰ ਇੱਥੇ ਨਹੀਂ ਆਉਣ ਦੇਣਾ, ਉਹਦਾ ਰਸਤਾ ਰੋਕਿਆ ਜਾਏ। ਭਾਵੇਂ ਜਿਹੜੀ ਵੋਟ ਹੈ ਆਪਾਂ ਨੂੰ ਕਾਂਗਰਸ ਨੂੰ ਪਾਣੀ ਪੈ ਜਾਏ। ਔਰ ਉਹੀ ਗੱਲ ਇੱਥੇ ਹੋਈ ਕਿ ਜਿਸ ਤਰ੍ਹਾਂ ਪਹਿਲੇ ਜਦੋਂ ਵੀ ਅਕਾਲੀ ਦਲ ਤੇ ਭਾਜਪਾ ਦੀ ਤੋੜਨ ਦੀ ਗੱਲ ਹੁੰਦੀ ਸੀ ਤੇ ਅਕਾਲੀ ਲੀਡਰਸ਼ਿਪ ਖਾਸ ਤੌਰ ਤੇ ਪ੍ਰਕਾਸ਼ ਸਿੰਘ ਬਾਦਲ ਇਹ ਕਹਿਣ ਲੱਗ ਸਕਦੀ ਕਿ ਇਹ ਤਾਂ ਜੀ ਸਾਡਾ 9 ਮਾਸ ਦਾ ਰਿਸ਼ਤਾ ਕਦੀ ਟੁੱਟ ਨਹੀਂ ਸਕਦਾ। 9 ਮਾਸ ਦਾ ਰਿਸ਼ਤਾ ਆਵਾਜ਼ ਨਹੀਂ ਆਉਂਦੀ, ਹੁਣ ਉਹ ਆਵਾਜ਼ ਕਿਤੋਂ ਨਹੀਂ ਆਉਂਦੀ, ਕਿਸੇ ਡਾਇਰੈਕਸ਼ਨ ਨਹੀਂ ਆਉਂਦੀ, ਨਾ ਅਕਾਲੀਆਂ ਵੱਲੋਂ ਤੇ ਨਾ ਭਾਜਪਾਈਆਂ ਵੱਲੋਂ। ਜਿਹੜਾ ਬੀਜੇਪੀ ਦਾ ਜਾਂ ਆਰਐਸਐਸ ਦਾ ਜਿਹੜਾ ਹਿੰਦੂਤਵਾ ਦਾ ਏਜੰਡਾ ਜਿਸ ਤਰ੍ਹਾਂ ਬਾਕੀ ਦੇਸ਼ ਦੇ ਵਿੱਚ ਚੱਲਿਆ, ਉਹ ਪੰਜਾਬ ਦੇ ਵਿੱਚ ਐਕਸਟ੍ਰੀਮ ਲੈਵਲ ਤੇ ਉਹ ਨਹੀਂ ਚੱਲ ਰਿਹਾ। ਪੰਜਾਬ ਦੇ ਵਿੱਚ ਜਿਹੜਾ ਅੱਤਵਾਦ ਦਾ ਮਾਹੌਲ ਜਿਹੜਾ ਪੰਜਾਬ ਨੇ ਆਪਣੇ ਸਿਰ ਪਿੰਡੇ ਤੇ ਹੰਢਾਇਆ, ਉਹਦੇ ਵਿੱਚ ਜਿਹੜਾ ਪੰਜਾਬ ਦੇ ਜਿਹੜੇ ਦੋਨੋਂ ਹੀ ਮੇਨ ਤਬਕੇ ਨੇ, ਜਿਹੜਾ ਹਿੰਦੂ ਔਰ ਸਿੱਖ ਜਿਹੜੇ ਹੈਗੇ, ਉਹ ਐਕਸਟ੍ਰੀਮ ਲੈਵਲ ਤੇ ਜਾਣ ਨੂੰ ਤਿਆਰ ਨੇ। ਨਜ਼ਰੀਏ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ। ਪੰਜਾਬ ਜਿਸ ਤਰੀਕੇ ਨਾਲ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਸਮੇਂ ਵੱਲ ਵੱਧ ਰਿਹਾ ਹੈ, ਉਹਦੇ ਮੱਦੇਨਜ਼ਰ ਪੰਜਾਬ ਦੀਆਂ ਰਾਜਸੀ ਧਿਰਾਂ ਦੇ ਅੰਦਰ ਵੱਡੀ ਰਾਜਸੀ ਉਥਲ-ਪੁਥਲ ਨਜ਼ਰ ਆ ਰਹੀ ਹੈ। ਵੱਡੀਆਂ ਪਾਰਟੀਆਂ ਦੀ ਗੱਲ ਕਰ ਲਈਏ, ਚਾਹੇ ਸ਼੍ਰੋਮਣੀ ਅਕਾਲੀ ਦਲ ਹੈ, ਆਮ ਆਦਮੀ ਪਾਰਟੀ ਹੈ, ਇਹਨਾਂ ਪਾਰਟੀਆਂ ਦੇ ਅੰਦਰ ਵੀ ਘਮਸਾਨ ਮੱਚਿਆ ਹੈ। ਜੇ ਆਪਾਂ ਸੱਤਾ 'ਚ ਬੈਠੀ ਜਿਹੜੀ ਸਭ ਤੋਂ ਵੱਡੀ ਧਿਰ ਹੈ ਉਸ ਦੀ ਗੱਲ ਕਰੀਏ ਤਾਂ ਉਹਨਾਂ ਦੇ ਆਗੂਆਂ ਨੇ ਤਾਂ ਇੱਕ ਦੂਜੇ ਦੇ ਖਿਲਾਫ ਜਿਹੜੀਆਂ ਤਲਵਾਰਾਂ ਖਿੱਚੀਆਂ ਹੋਈਆਂ। ਇਹੋ ਜਿਹੀਆਂ ਪ੍ਰਸਥਿਤੀਆਂ 'ਚ ਜਿਹੜਾ ਰਾਜਸੀ ਖਿਲਾਫ ਪੈਦਾ ਹੋਇਆ ਹੈ, ਭਾਰਤੀ ਜਨਤਾ ਪਾਰਟੀ ਨੇ ਏਜੰਡਾ ਤੈਅ ਕੀਤਾ ਹੈ ਪੰਜਾਬ ਦੀ ਸੱਤਾ 'ਤੇ ਕਾਬਜ਼ ਹੋਣ ਦੇ ਲਈ ਕਿ ਸੁਖਬੀਰ ਬਾਦਲ ਨਾਲੋਂ ਤੋੜ ਵਿਛੋੜਾ ਕਰਕੇ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਦੇ ਹੇਠ ਸਿੱਖਾਂ ਦਾ ਭਰੋਸਾ ਜਿੱਤਿਆ ਜਾ ਸਕਦਾ ਹੈ। ਇਸ ਦੇ ਬਦਲ ਦੇ ਵਿੱਚ ਕੈਪਟਨ ਅਮਰਿੰਦਰ ਪ੍ਰਤੀ ਜੇਕਰ ਨਿਰਾਸ਼ਤਾ ਜਾਂ ਨਾਰਾਜ਼ਗੀ ਪੰਜਾਬੀਆਂ ਵੱਲੋਂ ਪ੍ਰਗਟਾਈ ਜਾ ਰਹੀ ਹੈ ਕਿ ਨਵਜੋਤ ਸਿੱਧੂ ਨੂੰ ਵੀ ਬਦਲਵੇਂ ਚਿਹਰੇ ਦੇ ਤੌਰ ਤੇ ਕਾਂਗਰਸ ਪੰਜਾਬੀਆਂ ਅੱਗੇ ਲਿਆ ਸਕਦੀ ਹੈ। ਬਹੁਤ ਵੱਡੀਆਂ ਚੁਣੌਤੀਆਂ, ਕੌਣ ਇਸ ਖਲਾਅ ਨੂੰ ਪੂਰਾ ਕਰੇਗਾ, ਇਹਨਾਂ ਸਾਰੇ ਮੁੱਦਿਆਂ ਤੇ ਪੈਨਲ 'ਚ ਇਸ ਵੇਲੇ ਮੇਰੇ ਨਾਲ ਇਸ ਖਿੱਤੇ ਦੇ ਸੀਨੀਅਰ ਜਰਨਲਿਸਟ ਜਿਹੜੇ ਕਿ ਨਜ਼ਰੀਆ ਦੀ ਡਿਬੇਟ ਮੀਡੀਆ ਦੀਆਂ ਨਜ਼ਰਾਂ 'ਚ ਜੁੜ ਚੁੱਕੇ ਨੇ। ਹਰਕਮਲਜੀਤ ਸਿੰਘ ਜੀ ਸਥਾਨਕ ਪੰਜਾਬੀ ਅਖਬਾਰ ਦੇ ਬਿਊਰੋ ਚੀਫ ਨੇ, ਏਐਸ ਪ੍ਰਾਸ਼ਰ ਅੰਗਰੇਜ਼ੀ ਦੇ ਇੱਕ ਵੱਡੇ ਅਖਬਾਰ ਦੇ ਬਿਊਰੋ ਚੀਫ ਰਹੇ ਨੇ, ਸਰਵਜੀਤ ਪੰਧੇਰ ਕੌਮੀ ਪੱਧਰ ਦੇ ਅੰਗਰੇਜ਼ੀ ਦੇ ਅਖਬਾਰ ਦੇ ਇੱਥੋਂ ਦੀ ਨੁਮਾਇੰਦਗੀ ਕਰਦੇ ਰਹੇ ਹੈ। ਤਿੰਨਾਂ ਹੀ ਇਹਨਾਂ ਕਦਾਵਰ ਜਰਨਲਿਸਟਾਂ ਨੂੰ ਮੈਂ ਪੈਨਲ ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਜੀ ਆਖਦਾ, ਵੈਲਕਮ ਕਰਦਾ। ਹਰਕਮਲ ਜੀ, ਪਹਿਲਾ ਸਵਾਲ ਜਿਸ ਮੁੱਦੇ ਤੇ ਆਪਾਂ ਚਰਚਾ ਕਰ ਰਹੇ ਹਾਂ, ਜਿੱਦਾਂ ਮੈਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਏਜੰਡਾ ਤੈਅ ਕੀਤਾ ਹੈ ਪੰਜਾਬ 'ਚ ਸੱਤਾ 'ਤੇ ਕਾਬਜ਼ ਹੋਣ ਦੇ ਲਈ। ਮੌਜੂਦਾ ਗੱਠਜੋੜ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ, ਜੇ ਸੁਖਬੀਰ ਬਾਦਲ ਇਸ ਗੱਲ ਦੇ ਨਾਲ ਸਹਿਮਤ ਨਹੀਂ ਹੁੰਦੇ ਕਿ ਅਸੀਂ ਅੱਧੀਆਂ ਸੀਟਾਂ ਦੇਣ ਦੇ ਲਈ ਤਿਆਰ ਹਾਂ, ਕਿ ਭਾਜਪਾ ਕਿਸੇ ਬਦਲ ਵੱਲ ਦੇਖ ਰਹੀ ਹੈ? ਕਿੱਦਾਂ ਦੇਖਦੇ ਹੋ ਸਾਰੇ ਵਰਤਾਰੇ ਨੂੰ ਹਰਕਮਲ ਜੀ? ਜਗਤਾਰ ਜੀ, ਮਗਰਲੇ ਦਿਨਾਂ ਦੇ ਦੌਰਾਨ
ਭਾਜਪਾ ਦੇ ਦੋ ਬਹੁਤ ਸੀਨੀਅਰ ਲੀਡਰ ਜਿਹੜੇ ਨੇ ਉਹ ਪੰਜਾਬ ਭਾਜਪਾ ਦੇ ਨਾਲ ਮੀਟਿੰਗਾਂ ਲੈਣ ਲਈ ਆਏ ਸੀ। ਜਿਹੜੇ ਉਹਨਾਂ ਦੇ ਜਨਰਲ ਸੈਕਟਰੀ ਆਲ ਇੰਡੀਆ ਦੇ ਹੈਗੇ ਨੇ, ਜਿਹੜੇ ਪੰਜਾਬ ਦੇ ਇੰਚਾਰਜ ਨੇ, ਉਹ ਵੀ ਇੱਥੇ ਆਏ ਸੀ, ਪ੍ਰਭਾਤ ਜੋਸ਼ੀ ਜੀ, ਔਰ ਉਹਨਾਂ ਦੇ ਕੌਮੀ ਪ੍ਰਧਾਨ JP ਨੱਡਾ ਜੀ ਵੀ ਇੱਥੇ ਆ ਕੇ ਮੀਟਿੰਗ ਕਰਕੇ ਗਏ ਨੇ ਪੰਜਾਬ ਦੀ ਸਾਰੀ ਐਗਜ਼ੈਕਟਿਵ ਦੇ ਨਾਲ। ਜੋ ਦੋਨਾਂ ਮੀਟਿੰਗਾਂ ਬੇਸ਼ੱਕ ਕਲੋਜ਼ ਡੋਰ ਮੀਟਿੰਗਾਂ ਸੀ, ਔਰ ਉਹਨਾਂ ਬਾਰੇ ਜੋ ਸਾਨੂੰ ਪਤਾ ਲੱਗਾ ਹੈ, ਉਹਨਾਂ ਨੇ ਆਪਣੇ ਲੀਡਰਾਂ ਨੂੰ ਕਿਹਾ ਕਿ ਤੁਸੀਂ ਸਾਰੀਆਂ 117 ਸੀਟਾਂ ਲਈ ਤਿਆਰੀ ਕਰੋ, ਆਪਣੀਆਂ ਪੰਜਾਬ ਦੀਆਂ 117 ਸੀਟਾਂ ਤੇ ਆਪਣੇ ਯੂਨਿਟ ਕਾਇਮ ਕਰੋ, ਆਪਣੇ ਵਰਕਰਾਂ ਨੂੰ ਉੱਥੇ ਸਰਗਰਮ ਕਰੋ, ਔਰ ਸਾਰੀਆਂ ਸੀਟਾਂ ਤੇ ਤੁਸੀਂ ਬਰਾਬਰ ਕੰਮ ਕਰੋ। ਜਿਹਦੇ ਤੋਂ ਇੱਕ ਗੱਲ ਬੜੀ ਸਪਸ਼ਟ ਹੈ ਕਿ ਭਾਜਪਾ ਹੁਣ 23 ਸੀਟਾਂ ਤੇ ਸੁੰਗੜ ਕੇ ਇਲੈਕਸ਼ਨ ਲੜਨ ਵਾਲੀ ਨਹੀਂ ਜਿਵੇਂ ਉਹ ਪਹਿਲਾਂ ਕਰ ਰਹੇ ਸੀ, ਔਰ ਇਹ ਸਪਸ਼ਟ ਹੈ ਕਿ ਭਾਜਪਾ ਆਉਂਦੀਆਂ ਜਿਹੜੀਆਂ 2022 ਦੀਆਂ ਇਲੈਕਸ਼ਨਾਂ ਨੇ ਉਹਨਾਂ ਦੇ ਵਿੱਚ ਉਹ ਜਾਂ ਤੇ ਸਾਰੀਆਂ 117 ਸੀਟਾਂ ਵੀ ਲੜ ਸਕਦੇ ਨੇ ਕਿਸੇ ਨਾਲ ਮਿਲ ਕੇ, ਜਾਂ ਉਹ ਅਕਾਲੀ ਦਲ ਨਾਲ ਜੇ ਰਲ ਕੇ ਲੜਨਗੇ ਤੇ ਉਹ ਘੱਟੋ ਘੱਟ ਅੱਧੀਆਂ ਸੀਟਾਂ ਦੇ ਉੱਤੇ ਉਹਨਾਂ ਨਾਲ ਸਮਝੌਤਾ ਕਰਨਾ ਚਾਹਣਗੇ। ਇਦੋਂ ਥੱਲੇ ਸ਼ਾਇਦ ਉਹਨਾਂ ਦਾ ਸਮਝੌਤਾ ਪੋਸੀਬਲ ਨਹੀਂ ਹੋ ਸਕੇਗਾ। ਔਰ ਬੀਜੇਪੀ ਦੀ ਇਹ ਸੋਚ ਹੈਗੀ ਹੈ ਕਿ ਨੈਸ਼ਨਲ ਸਰਕਾਰ ਉਹਨਾਂ ਦੀ ਹੈਗੀ ਹੈ, ਇਸ ਵੇਲੇ ਦੇਸ਼ 'ਚ ਮੋਦੀ ਦਾ ਜਿਹੜਾ ਸਿੱਕਾ ਚੱਲ ਰਿਹਾ ਹੈਗਾ, ਔਰ ਉਹ ਇਹ ਵੀ ਮਹਿਸੂਸ ਕਰਦੇ ਨੇ ਕਿ ਪੰਜਾਬ 'ਚ 40 ਤੋਂ 45 ਸੀਟਾਂ ਜਿਹੜੀਆਂ ਨੇ ਅਰਬਨ ਸੀਟਾਂ ਨੇ, ਜਿੱਥੇ ਅਰਬਨ ਵੋਟ ਕਾਫੀ ਹੈਗੀ ਹੈ, ਔਰ ਉੱਥੇ ਮੋਦੀ ਦਾ ਉਹਨਾਂ ਨੂੰ ਮੋਦੀ ਦੇ ਨਾਂ ਦਾ ਫਾਇਦਾ ਮਿਲ ਸਕਦਾ ਹੈ, ਮੋਦੀ ਦਾ ਕ੍ਰਿਸਮਾ ਉੱਥੇ ਚੱਲ ਸਕਦਾ ਹੈ। ਸੋ ਇਹ ਬੜਾ ਸਪਸ਼ਟ ਹੈਗਾ ਕਿ ਆਉਣ ਵਾਲੀਆਂ ਇਲੈਕਸ਼ਨਾਂ ਜਿਹੜੀਆਂ ਪੰਜਾਬ ਦੀਆਂ ਨੇ ਉਹ ਬਹੁਤ ਵੱਖਰੀਆਂ ਇਲੈਕਸ਼ਨਾਂ ਹੋਣਗੀਆਂ। ਅੱਜ ਦੀ ਡੇਟ 'ਚ ਭਾਵੇਂ ਅਜੇ ਸਪਸ਼ਟ ਕੁਛ ਨਹੀਂ ਹੈਗਾ ਕਿ ਭਾਜਪਾ ਦੀ ਅਲਾਇੰਸ ਕਿਹਦੇ ਨਾਲ ਹੋਏਗੀ, ਕਿਉਂਕਿ ਉਹਨਾਂ ਨੇ ਸਾਰਿਆਂ ਦੇ ਨਾਲ ਹੀ ਮੈਨੂੰ ਲੱਗਦਾ ਹੈ ਇੱਕ ਤਰ੍ਹਾਂ ਦੇ ਨਾਲ ਆਪਣੇ ਦਰਵਾਜ਼ੇ ਖੋਲ ਕੇ ਰੱਖੇ ਹੋਏ ਨੇ। ਉਹ ਕਿਸੇ ਨੂੰ ਵੀ ਕੱਲ ਨੂੰ ਐਕਸੈਪਟ ਕਰ ਸਕਦੇ ਨੇ। ਉਹਨਾਂ ਦੀ ਗੱਲਬਾਤ ਜੇ ਅਸੀਂ ਕਹੀਏ ਸਰਦਾਰ ਸੁਖਦੇਵ ਸਿੰਘ ਢੀਂਡਸਾ ਦੇ ਅਕਾਲੀ ਦਲ ਦੇ ਨਾਲ ਵੀ ਹੋ ਸਕਦੀ ਹੈ, ਸੁਖਬੀਰ ਅਕਾਲੀ ਦਲ ਨਾਲ ਪਹਿਲਾਂ ਹੀ ਉਹਨਾਂ ਦੀ ਆਲਰੇਡੀ ਹੈ, ਔਰ ਉਹ ਨਵਜੋਤ ਸਿੱਧੂ ਤੇ ਵੀ ਡੋਰੇ ਪਾ ਰਹੇ ਨੇ, ਕਾਂਗਰਸ ਦੇ ਕੁਝ ਹੋਰ ਲੀਡਰਾਂ ਤੇ ਵੀ ਡੋਰੇ ਪਾ ਰਹੇ ਨੇ। ਸੋ ਤੁਸੀਂ ਕਹਿ ਸਕਦੇ ਹੋ ਕਿ ਉਹ ਕਿਸੇ ਪਾਸਿਓਂ ਵੀ ਹੋਰ ਲੀਡਰ ਆਪਣੀ ਪਾਰਟੀ ਨੂੰ ਲਿਆ ਕੇ ਦੇ ਸਕਦੇ ਨੇ, ਔਰ ਇਕੱਲੇ ਵੀ ਇਲੈਕਸ਼ਨ ਲੜਨ ਦਾ ਫੈਸਲਾ ਲੈ ਸਕਦੇ ਨੇ। ਜੀ ਹਰਕਮਲ ਜੀ, ਤੇ ਇੱਕ ਸਵਾਲ ਜਿਹੜਾ ਮੈਂ ਲੈਣਾ ਚਾਹਾਂਗਾ, ਇਨਫੋਰਮਲੀ ਤੁਸੀਂ ਵੀ ਬੀਇੰਗ ਏ ਜਰਨਲਿਸਟ ਜਿਹੜਾ ਹੈਗਾ ਪੋਲੀਟੀਕਲ ਆਗੂਆਂ ਨਾਲ ਮੁਲਾਕਾਤਾਂ ਜਿੱਦਾਂ ਤੁਸੀਂ ਕਹਿ ਰਹੇ ਹੋ ਕਰਦੇ ਆ, ਜੇ ਗੈਰ ਰਸਮੀ ਗੱਲ ਕਰੀਏ ਚਾਹੇ ਅਕਾਲੀ ਦਲ ਨਾਲ ਕਰੋ ਜਾਂ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨਾਲ, ਅਕਸਰ ਉਹ ਕਹਿੰਦੇ ਹੈ ਕਿ ਸਾਡਾ ਤੋੜ ਵਿਛੋੜਾ ਤੈਅ ਹੀ ਹੈ। ਲੱਗਦਾ ਕਿ ਜਿੱਦਾਂ ਤੁਸੀਂ ਕਹਿ ਰਹੇ ਹੋ ਅੰਦਰ ਖਾਤੇ ਦੋਨੇ ਹੀ ਧਿਰਾਂ ਤਿਆਰੀ ਕਰ ਰਹੀਆਂ ਕਿ ਵੱਖਰੇ ਤੌਰ ਤੇ ਵੀ ਲੜਨਾ ਪਏ ਤਾਂ ਉਹਦੇ ਲਈ ਤਿਆਰ ਹੋ ਰਹੇ ਹੈ। ਬਿਲਕੁਲ ਠੀਕ ਹੈ ਤੁਹਾਡੀ ਗੱਲ। ਮੇਰੇ ਖਿਆਲ 'ਚ ਹੁਣ ਅਕਾਲੀ ਵੀ ਇਸ ਗੱਲ ਨੂੰ ਰੀਅਲਾਈਜ਼ ਕਰ ਰਹੇ ਨੇ ਕਿ ਸਾਡਾ ਇਹ ਤੋੜ ਵਿਛੋੜਾ ਕਦੇ ਵੀ ਸੰਭਵ ਹੈ, ਔਰ ਸਾਨੂੰ ਇਕੱਲਿਆਂ ਨੂੰ ਇਲੈਕਸ਼ਨ ਲੜਨੀ ਪੈ ਸਕਦੀ ਹੈ। ਅਕਾਲੀ ਵੀ ਬਦਲਵੇਂ ਹਾਲਾਤ ਲਈ ਆਪਣੀ ਰਣਨੀਤੀ ਤਿਆਰ ਕਰਨ ਲਈ ਵਿਚਾਰ ਵਟਾਂਦਰੇ ਕਰ ਰਹੇ ਨੇ। ਚਰਚਾ ਇਹ ਵੀ ਹੈਗਾ ਕਿ ਅਕਾਲੀ ਦਲ ਇਹ ਮਹਿਸੂਸ ਕਰ ਰਿਹਾ ਕਿ ਜੇ ਸਾਨੂੰ ਭਾਜਪਾ ਦਾ ਸਾਥ ਨਹੀਂ ਮਿਲਦਾ ਤੇ ਅਸੀਂ ਕਾਮਰੇਡਾਂ ਦੇ ਨਾਲ ਜਾਂ ਅਸੀਂ BSP ਦੇ ਨਾਲ ਇਹੋ ਜਿਹੀਆਂ ਕੋਈ ਪਾਰਟੀਆਂ ਦੇ ਨਾਲ ਗੱਠਜੋੜ ਕਰਨ ਦੀ ਕੋਸ਼ਿਸ਼ ਕਰੀਏ। ਰੀਜ਼ਨ ਬੀਇੰਗ ਹੋਰ ਕਿਸੇ ਪਾਰਟੀ ਨਾਲ ਉਹਨਾਂ ਦਾ ਗੱਠਜੋੜ ਹੋ ਨਹੀਂ ਸਕਣਾ, ਨਾ ਉਹ ਆਮ ਆਦਮੀ ਪਾਰਟੀ ਨਾਲ ਮਿਲ ਸਕਦੇ ਨੇ, ਨਾ ਉਹ ਕਾਂਗਰਸ ਦੇ ਨਾਲ ਮਿਲ ਸਕਦੇ ਨੇ। ਸੋ ਉਹਨਾਂ ਦੇ ਕੋਲ ਕੋਈ ਬਹੁਤੀਆਂ ਚੋਇਸਿਸ ਨਹੀਂ ਹੈਗੀਆਂ। ਇਸੇ ਤਰ੍ਹਾਂ ਜੋ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਭਾਜਪਾ ਜਿਹੜੀ ਹੈ ਉਹਨੂੰ ਇਹ ਲੱਗ ਰਿਹਾ ਕਿ ਉਹ ਵੀ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ 'ਚ ਅਜੇ ਦੇਖਣਗੇ ਕਿ ਸੁਖਦੇਵ ਸਿੰਘ ਢੀਂਡਸੇ ਦਾ ਅਕਾਲੀ ਦਲ ਕਿੰਨੀ ਤਾਕਤ ਫੜਦਾ ਹੈ। ਸ਼ਾਇਦ ਉਹ ਇਸ ਗੱਲ ਦਾ ਵੀ ਇੰਤਜ਼ਾਰ ਕਰਨਾ ਚਾਹਣ ਕਿ ਜੇ ਸ਼੍ਰੋਮਣੀ ਕਮੇਟੀ ਦੀਆਂ ਕੱਲ ਨੂੰ ਇਲੈਕਸ਼ਨਾਂ ਹੋ ਜਾਂਦੀਆਂ ਨੇ, ਜੋ ਅੰਦਾਜ਼ਾ ਹੈਗਾ ਲੋਕਾਂ ਦਾ ਕਿ ਅਗਲੇ ਸਾਲ ਕੋਈ ਅਪ੍ਰੈਲ ਮਈ ਤੱਕ ਇਲੈਕਸ਼ਨਾਂ ਹੋ ਸਕਦੀਆਂ, ਕੋਈ ਵੀ ਸੋਚ ਸਕਦੇ ਨੇ ਕਿ ਦੇਖ ਲਿਆ ਜਾਏ ਕਿ ਕਿਹੜੇ ਅਕਾਲੀ ਦਲ 'ਚ ਕਿੰਨੀ ਤਾਕਤ ਹੈਗੀ ਹੈ, ਕਿਹੜਾ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਜਿੱਤਦਾ ਹੈ, ਉਹ ਸ਼ਾਇਦ ਉਸ ਪਾਸੇ ਉਹਨਾਂ ਦਾ ਝੁਕਾਅ ਹੋ ਜਾਏ। ਸੋ ਮੈਨੂੰ ਲੱਗਦਾ ਸਾਰੇ ਹੀ ਇਸ ਵੇਲੇ ਆਪਣੇ ਆਪਣੇ ਪਰ ਤੋਲ ਰਹੇ ਨੇ, ਔਰ ਅਸੀਂ ਇਹ ਕਹਿ ਸਕਦੇ ਹਾਂ ਈਵਨ ਕਾਂਗਰਸ ਜਿਹੜੀ ਕਾਂਗਰਸ ਵੀ ਹੈਗੀ ਹੈ, ਕਾਂਗਰਸ ਵੀ ਜਿਹੜਾ ਉਥਲ ਪੁਥਲ ਜਿੰਨੀ ਕਾਂਗਰਸ 'ਚ ਹੋ ਰਹੀ ਹੈ ਉਹਦਾ ਵੀ ਇੱਕ ਕਾਰਨ ਇਹੋ ਹੀ ਹੈਗਾ ਕਿ ਕਾਂਗਰਸ ਵੀ ਇਹ ਮਹਿਸੂਸ ਕਰ ਰਹੀ ਹੈ ਕਿ ਜਿਹੜੀਆਂ ਨੈਕਸਟ ਇਲੈਕਸ਼ਨਸ ਹੈਗੀਆਂ, ਜਿਵੇਂ ਬਾਕੀ ਪਾਰਟੀਆਂ ਬਿਲਕੁਲ ਇਸ ਵੇਲੇ ਬਹੁਤ ਥੱਲੇ ਨੇ, ਬਹੁਤ ਕਮਜ਼ੋਰ ਨੇ, ਔਰ ਜੇ ਕਾਂਗਰਸ ਵੀ ਕੋਈ ਆਪਣੀ ਬਦਲਵੀਂ ਲੀਡਰਸ਼ਿਪ ਲੈ ਕੇ ਆ ਸਕੇ, ਐਂਟੀ ਇਨਕੰਬੈਂਸੀ ਜਿਹੜੀ ਹੈਗੀ ਹੈ ਉਹਨੂੰ ਦੂਰ ਕਰ ਸਕੇ, ਜਿਹੜੀ ਇਸ ਵੇਲੇ ਸਰਕਾਰ ਨੂੰ ਫੇਸ ਕਰਨੀ ਪੈ ਰਹੀ ਹੈ, ਤੇ ਸ਼ਾਇਦ ਉਹ ਵੀ ਨੈਕਸਟ ਇਲੈਕਸ਼ਨ ਲਈ ਕੋਈ ਨਵਾਂ ਕੋੜਾ ਲੈ ਕੇ ਬਰਾਬਰ ਦੌੜਨ 'ਚ ਕਾਮਯਾਬ ਹੋ ਜਾਣ।
ਓਕੇ ਪ੍ਰਾਸ਼ਰ ਜੀ ਇਸ ਮਾਮਲੇ ਤੇ ਆਪਾਂ ਗੱਲ ਕਰਦੇ ਹਾਂ। ਜਿੱਦਾਂ ਹਰਕਮਲ ਜੀ ਨੇ ਕਿਹਾ, ਭਾਰਤੀ ਜਨਤਾ ਪਾਰਟੀ ਜਿਹੜੀ ਮੌਜੂਦਾ ਪ੍ਰਸਥਿਤੀਆਂ ਹੈਗੀਆਂ ਪੰਜਾਬ ਦੀਆਂ ਇਸ ਵੇਲੇ ਰਾਜਨੀਤੀ ਦੀ, ਜਿੱਦਾਂ ਆਪਾਂ ਗੱਲ ਕਰਦੇ ਹਾਂ ਕਿ ਬਹੁਤ ਵੱਡਾ ਇੱਕ ਖਲਾਅ ਜਿਹੜਾ ਹੈਗਾ ਨਜ਼ਰ ਆ ਰਿਹਾ। ਅਕਾਲੀ ਦਲ ਦੀ ਗੱਲ ਕਰ ਲਓ, ਆਪ ਦੀ ਗੱਲ ਕਰ ਲਓ, ਉਹਨਾਂ ਪ੍ਰਸਥਿਤੀਆਂ ਦੇ ਅੰਦਰ ਭਾਜਪਾ ਦਾ ਆਪਾਂ ਕਿਹੋ ਜਿਹਾ ਸਕੋਪ ਦੇਖਦੇ ਹਾਂ? ਜਗਤਾਰ ਜੀ, ਮੈਂ ਸਮਝਦਾ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ 100 ਸਾਲਾ ਇਤਿਹਾਸ ਦੇ ਵਿੱਚ ਉਹ ਹੁਣ ਪਾਰਟੀ ਇਸ ਮਰਹਲੇ ਤੇ ਖੜੀ ਹੈ ਕਿ ਇਸ ਵੇਲੇ ਉਹ ਸਭ ਤੋਂ ਕਮਜ਼ੋਰ ਜਿਹੜੀ ਪੋਲੀਟੀਕਲ ਸਥਿਤੀ ਦੇ ਵਿੱਚ ਹੈਗੀ ਪੰਜਾਬ ਦੇ ਵਿੱਚ। ਜਿਹੜਾ ਵੱਡਾ ਬਾਦਲ ਸਾਹਿਬ ਹੈ ਉਹ ਰਿਟਾਇਰ ਹੋ ਕੇ ਆਪਣੇ ਪਿੰਡ ਬਹਿ ਗਏ ਹੈ। ਬਾਦਲ ਜੂਨੀਅਰ ਜਿਹੜਾ ਹੈ ਉਹਦੇ ਲੀਡਰਸ਼ਿਪ ਨੂੰ ਅੰਦਰੋਂ ਬਾਹਰ ਦੋਨੋਂ ਪਾਸਿਓਂ ਚੈਲੰਜ ਹੈ ਔਰ ਉਹਨਾਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ। ਔਰ ਇਸ ਵੇਲੇ ਇਸ ਸਥਿਤੀ ਦੇ ਵਿੱਚ ਭਾਜਪਾ ਜਿਹੜੀ ਕਿ ਦੂਜੇ ਪਾਸੇ ਉਭਾਰ ਦੇ ਵਿੱਚ ਹੈ, ਸਾਰੇ ਹਿੰਦੁਸਤਾਨ ਦੇ ਵਿੱਚ ਉਭਾਰ ਦੇ ਉੱਤੇ ਹੈ। ਉਹ ਰਾਮ ਮੰਦਿਰ ਬਣਨ ਤੋਂ ਬਾਅਦ ਔਰ ਜਿਹੜਾ ਕਸ਼ਮੀਰ ਦੇ ਵਿੱਚ ਉਹਨਾਂ ਨੇ ਜਿਹੜਾ ਕੀਤਾ, ਆਰਟੀਕਲ 370 ਨੂੰ ਖਤਮ ਕੀਤਾ ਹੈ, ਉਹਦੇ 'ਚੋਂ ਸਮਝਦੇ ਹੈ ਕਿ ਸਾਡੇ ਹੱਕ ਦੇ ਵਿੱਚ ਸਾਰੇ ਹਿੰਦੁਸਤਾਨ ਦੇ ਵਿੱਚ ਇਹ ਹਵਾ ਵਗ ਰਹੀ ਹੈ। ਔਰ ਉਹਨਾਂ ਨੇ ਆਪਣੀ ਪੰਜਾਬ ਦੇ ਵਿੱਚ ਕੀ ਸਟ੍ਰੈਟਜੀ ਹੈ ਉਹਦੇ ਝਲਕੀ ਦੇਣੀ ਸ਼ੁਰੂ ਕਰਤੀ ਹੈ। ਉਹਨਾਂ ਦੇ ਟੌਪ ਦੇ ਲੀਡਰਾਂ ਨੇ ਇਹ ਮੰਗ ਸ਼ੁਰੂ ਕਰਤੀ ਹੈ ਕਿ ਸਾਨੂੰ ਘੱਟੋ ਘੱਟ 50% ਸੀਟਾਂ ਦਿੱਤੀਆਂ ਜਾਣ। ਪੰਜਾਬ ਅਸੈਂਬਲੀ ਦੀਆਂ 117 ਸੀਟਾਂ ਹੈ ਔਰ ਜੇ ਉਹ 50% ਸੀਟਾਂ ਉਹ ਅਲਾਟ ਕਰਾ ਕੇ ਉਸ 'ਤੇ ਇਲੈਕਸ਼ਨ ਲੜਨਗੇ ਤਾਂ ਦੈਟ ਮੀਨਸ ਕਿ 68 ਸੀਟਾਂ ਤੋਂ ਉਹਨੂੰ ਟਿਕਟਾਂ ਮਿਲਣੀਆਂ ਚਾਹੀਦੀਆਂ, ਜਿੱਦਾਂ ਕਿ ਪਹਿਲੇ ਸਿਰਫ ਉਹਨਾਂ ਨੂੰ 23 ਸੀਟਾਂ ਦੇ ਮਿਲਦੀ ਹੁੰਦੀ ਸੀ। ਅਗਰ ਇਸ ਤਰ੍ਹਾਂ ਹੁੰਦਾ ਹੈ ਕਿ ਅਕਾਲੀ ਦਲ ਦੇ ਪਰ ਜਿਹੜੇ ਆ ਹੋਰ ਕੱਟੇ ਜਾਣਗੇ। ਔਰ ਇਸ ਤੋਂ ਇਲਾਵਾ ਇੱਕ ਤੁਹਾਨੂੰ ਜਿਹੜੀ ਗੱਲ ਹੋਰ ਤੁਹਾਡੇ ਧਿਆਨ 'ਚ ਦੇਣਾ ਚਾਹੁੰਦੀ ਹੈ ਉਹ ਇਹ ਹੈ ਕਿ ਇਹ ਆਮ ਇੰਪ੍ਰੈਸ਼ਨ ਹੈ ਅਕਾਲੀਆਂ ਦੇ ਅੰਦਰ ਵੀ ਤੇ ਅਕਾਲੀਆਂ ਦੇ ਬਾਹਰ ਵੀ ਕਿ ਸੁਖਦੇਵ ਸਿੰਘ ਢੀਂਡਸਾ ਜਿਹੜੇ ਇੰਨੇ ਜ਼ੋਰ ਸ਼ੋਰ ਨਾਲ ਪੰਜਾਬ ਦੇ ਵਿੱਚ ਕੰਪੇਨਿੰਗ ਕਰ ਰਹੇ ਆ ਅਕਾਲੀਆਂ ਦੇ ਖਿਲਾਫ ਔਰ ਬਾਕੀਆਂ ਦੇ ਖਿਲਾਫ, ਉਹਨਾਂ ਨੂੰ ਅੰਦਰ ਖਾਤੇ ਭਾਜਪਾ ਦੀ ਲੀਡਰਸ਼ਿਪ ਦਾ ਆਸ਼ੀਰਵਾਦ ਪ੍ਰਾਪਤ ਹੈ। ਅੰਦਰ ਖਾਤੇ ਉਹਨਾਂ ਨੂੰ ਸਪੋਰਟ ਕੀਤੀ ਜਾ ਰਹੀ ਹੈ ਔਰ ਇਹ ਅਕਾਲੀਆਂ ਨੂੰ ਇਸ ਗੱਲ 'ਤੇ ਲੈ ਕੇ ਵੀ ਕਾਫੀ ਇਹ ਅੰਦਰ ਗਮੋ ਗਿਲਾ, ਲੇਕਿਨ ਬੋਲ ਸਕਦੇ ਨਹੀਂ। ਉਹ ਕੁੱਟ ਵੀ ਖਾ ਰਹੇ ਹੈ ਜੀ। ਪ੍ਰਾਸ਼ਰ ਜੀ ਸਰ ਮੈਂ ਟੋਕ ਕੇ ਵਿੱਚੋਂ ਇੱਕ ਸਵਾਲ ਲੈਣਾ ਚਾਹਾਂਗਾ, ਤੁਹਾਡੇ ਨਾਲ ਹੀ ਮੈਂ ਐਡ ਕਰਨਾ ਚਾਹੁੰਦਾ ਹਾਂ। ਇੱਕ ਦਿਨ ਪਹਿਲਾਂ 2 ਦਿਨ ਪਹਿਲਾਂ ਜਿਹੜਾ ਢੀਂਡਸਾ ਸਾਹਿਬ ਨੇ ਬਿਆਨ ਦਿੱਤਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ, ਅਕਾਲੀ ਦਲ ਤੋਂ ਆਇਆ, ਉਹਨਾਂ ਨੂੰ ਲੱਗਦਾ ਹੈ ਕਿ RSS ਦੇ ਪ੍ਰੋ ਤਾਂ ਢੀਂਡਸਾ ਕਿਵੇਂ ਬੋਲਣ ਲੱਗ ਗਿਆ, ਇਹ ਤਾਂ ਰਾਈਟ ਸਾਡਾ ਸੀ। ਦੇਖੋ ਜਗਤਾਰ ਜੀ, ਗੱਲ ਹੈ ਕਿ ਸੁਖਦੇਵ ਸਿੰਘ ਢੀਂਡਸਾ ਦੇ RSS ਜਾਂ BJP ਲੀਡਰਸ਼ਿਪ ਦੇ ਨਾਲ ਕਿੰਨੇ ਡੂੰਘੇ ਤਾਲੁਕਾਤ ਹੈ, ਇਹਨਾਂ 'ਤੇ ਮੈਂ ਤੁਹਾਡੀ ਜਿਹੜੀ ਥੋੜ੍ਹੀ ਜਿਹੀ ਰੋਸ਼ਨੀ ਪਾਉਣਾ ਚਾਹੂੰਗਾ। ਢੀਂਡਸਾ ਸਾਹਿਬ ਇੱਥੇ ਸੈਕਟਰ 11 ਦੇ ਵਿੱਚ ਰਹਿੰਦੇ ਆ, ਜਿਹਦੇ ਵਿੱਚ ਉਹਦੇ ਸੈਕਟਰ 'ਚ ਮੈਂ ਵੀ ਰਹਿੰਦਾ ਚੰਡੀਗੜ੍ਹ ਦੇ, ਔਰ ਕਈ ਵਾਰ ਸ਼ਾਮ ਨੂੰ ਸੈਰ ਕਰਦੇ ਮਿਲ ਜਾਂਦੇ ਆ। ਇੱਕ ਵਾਰ ਉਹਨਾਂ ਨੇ ਮੈਨੂੰ ਖੁਦ ਆਪਣੇ ਕੋਲ ਦੱਸਿਆ ਕਿ ਵੀ ਮੈਨੂੰ ਜਿਹੜਾ ਹੈ ਗਵਰਨਰਸ਼ਿਪ ਦੀ ਆਫਰ ਹੋਈ ਹੈ BJP ਦੀ ਲੀਡਰਸ਼ਿਪ ਵੱਲੋਂ। ਇਸ ਸਿਲਸਿਲੇ ਦੇ ਵਿੱਚ ਉਹਨਾਂ ਦੀ ਅਮਿਤ ਸ਼ਾਹ ਦੇ ਨਾਲ ਗੱਲਬਾਤ ਵੀ ਹੋਈ ਔਰ ਗੱਲ ਇੱਥੇ ਤੱਕ ਪਹੁੰਚੀ ਕਿ ਉਹਨਾਂ ਨੂੰ ਆਂਧਰਾ ਪ੍ਰਦੇਸ਼ ਦਾ ਗਵਰਨਰ ਲਗਾਤਾ ਜਾਵੇ, ਲੇਕਿਨ ਉਹ ਕਿਸੇ ਵਜ੍ਹਾ ਕਰਕੇ ਗੱਲ ਸਿਰੇ ਨਹੀਂ ਚੜ੍ਹੀ ਕਿਉਂਕਿ ਉਸ ਵੇਲੇ BJP ਦੀ ਰਾਜ ਸਭਾ ਦੇ ਵਿੱਚ ਮੈਜੋਰਟੀ ਨਹੀਂ ਸੀ ਤੇ ਉਹਨਾਂ ਨੂੰ ਰਾਜ ਸਭਾ ਦੇ ਵਿੱਚ ਇੱਕ ਸੀਟ ਦੀ ਲੋੜ ਸੀ। ਤਾਂ ਜਿਹੜੇ ਆਪਣੇ ਵੈਂਕਟਰ ਚਲਈਆ ਹੈਗੇ ਆ ਇਸ ਵੇਲੇ ਉਹਨੂੰ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਹੈ, ਉਹਨਾਂ ਨੇ ਉਹਨਾਂ ਨਾਲ ਮਿਲ ਕੇ ਸਾਰੀ ਗੱਲ ਤੇ ਨਿਬੜੇ ਚੜ੍ਹਨ ਦੀ ਕੀਤੀ ਸੀ, ਲੇਕਿਨ ਲਾਸਟ ਮੂਮੈਂਟ 'ਤੇ ਇਹ ਗੱਲ ਰਹਿ ਗਈ। ਉਹ ਗੱਲ ਨਹੀਂ ਹੋਈ ਤੇ ਇਸ ਕਰਕੇ ਉਹਨਾਂ ਨੂੰ ਪਦਮ ਵਿਭੂਸ਼ਣ ਨਾਲ ਜਿਹੜਾ ਸਨਮਾਨਿਤ ਕੀਤਾ ਗਿਆ ਸੀ। ਸਨਮਾਨ ਮਿਲਿਆ ਸੀ ਕਿ ਤੁਹਾਨੂੰ ਯਾਦ ਹੋਣਾ ਹੈ ਕਿ ਅਕਾਲੀ ਦਲ ਦੀ ਪੂਰੀ ਲੀਡਰਸ਼ਿਪ ਵੱਡੇ ਬਾਦਲ ਤੋਂ ਲੈ ਕੇ ਥੱਲੇ ਤੱਕ ਸਭ ਸਟਨ ਹੋ ਗਏ ਸੀ, ਸਖਤੇ ਜਾ ਗਈ ਸੀ ਕਿ ਕਿੱਦਾਂ ਹੋ ਗਿਆ, ਸਾਨੂੰ ਬਿਨਾਂ ਦਿੱਤਾ ਗਿਆ। ਸੋ ਇਸ ਤੋਂ ਬੜਾ ਕਲੀਅਰ ਹੈ ਕਿ ਉਹਨਾਂ ਦੇ ਭਾਜਪਾ ਲੀਡਰਸ਼ਿਪ ਦੇ ਨਾਲ ਬੜੇ ਡੂੰਘੇ ਜਿਹੜੇ ਸੰਬੰਧ ਹੈਗੇ ਆ ਔਰ ਪੁਰਾਣੇ ਰਿਸ਼ਤੇ ਚੱਲ ਰਹੇ ਆ ਔਰ ਕੋਈ ਹੈਰਾਨੀ ਦੀ ਗੱਲ ਨਹੀਂ ਹੋਈ ਕਿ ਜਿਹੜੇ ਉਹਨਾਂ ਨੇ ਆਪਣੀ ਮੁਹਿੰਮ ਸ਼ੁਰੂ ਕੀਤੀ ਹੈ ਔਰ ਨਵੀਂ ਪਾਰਟੀ ਜਿਹੜੀ ਸ਼ੁਰੂ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ, ਉਹਦੇ ਵਿੱਚ ਕਿਤੇ ਅੰਦਰ ਖਾਤੇ ਭਾਜਪਾ ਦੀ ਲੀਡਰਸ਼ਿਪ ਨਾਲ ਕੋਈ ਸਮਝੌਤਾ ਹੋਏ। ਔਰ ਇਹ ਸਾਰੀ ਜਿਹੜੀ ਕਰਕੇ ਮੇਨ ਉਹਨਾਂ ਦੀ ਇਹੀ ਹੈ ਕਿ ਅਕਾਲੀਆਂ 'ਤੇ ਪ੍ਰੈਸ਼ਰ ਪਾਇਆ ਜਾਏ ਤਾਂ ਕਿ ਸਾਨੂੰ ਮੈਕਸਿਮਮ ਸੀਟਾਂ ਦਿੱਤੀਆਂ ਜਾਣ। ਔਰ ਅਗਰ ਭਾਜਪਾ ਇਸ ਸਰਹੱਦੀ ਸੂਬੇ 'ਤੇ ਆਪਣਾ ਰਾਜ ਕਾਇਮ ਕਰਨ 'ਤੇ ਇਹ ਕਾਮਯਾਬ ਹੋ ਜਾਂਦੀ ਹੈ ਅਗਲੇ ਇਲੈਕਸ਼ਨਾਂ ਦੇ ਵਿੱਚ, ਤੇ ਇਹ ਬੜੀ ਵੱਡੀ ਗੱਲ ਹੋਏਗੀ ਔਰ ਪੰਜਾਬ ਦੀ ਸਿਚੁਏਸ਼ਨ ਔਰ ਪੰਜਾਬ ਦੇ ਇਤਿਹਾਸ ਦੇ ਵਿੱਚ, ਸਿਆਸੀ ਇਤਿਹਾਸ ਦੇ ਵਿੱਚ ਬੜਾ ਭਾਰੀ ਮੋੜਾ ਆਏਗਾ। ਤੋ ਇਹਦੇ ਵਿੱਚ ਆਪਾਂ ਨੂੰ ਹੁਣ ਆਉਣ ਵਾਲੇ ਜਿਹੜੇ ਇਲੈਕਸ਼ਨ ਕਈ ਜਿਹੜੇ ਜੋੜ ਤੋੜ ਚੱਲ ਰਹੇ ਹੈ, ਕਾਂਗਰਸ ਵੀ ਇਹਦੇ ਵੱਲ ਦੇਖ ਰਹੇ ਹੈ, ਅਕਾਲੀ ਵੀ ਇਹਦੇ ਵੱਲ ਦੇਖ ਰਹੇ ਹੈ ਔਰ ਮੈਂ ਸਮਝਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀਆਂ ਦੇ ਜਿਹੜੇ ਹੋਰ ਸਪਲਿੰਟਰ ਗਰੁੱਪ ਹੈ
ਜਿਸ ਤਰ੍ਹਾਂ ਕਿ ਟਕਸਾਲੀ ਹੈਗੇ ਆ ਜਾਂ ਪੰਥਕ ਹੈਗੇ ਆ ਜਾਂ ਹੋਰ ਹੈਗੇ, ਉਹ ਸਾਰੇ ਜਿਹੜੇ ਇਕੱਠੇ ਹੋ ਕੇ ਸੁਖਦੇਵ ਸਿੰਘ ਢੀਂਡਸਾ ਦੇ ਪਲੇਟਫਾਰਮ ਤੇ ਸ਼ੁਰੂ ਹੋ ਜਾਣਾ ਔਰ ਉਹਨਾਂ ਨੇ ਇਕੱਠੇ ਹੋ ਕੇ ਅਕਾਲੀਆਂ ਤੇ ਹਮਲਾ ਕਰਨਾ। ਤਾਂ ਅੰਦਰੋਂ ਜਿਹੜਾ ਭਾਜਪਾ ਉਹਨਾਂ ਨੂੰ ਤੰਗ ਕਰੇਗਾ, ਬਾਹਰੋਂ ਉਹਨੂੰ ਸੁਖਦੇਵ ਸਿੰਘ ਢੀਂਡਸਾ ਕਰੇਗਾ ਔਰ ਅਕਾਲੀ ਜਿਹੜੇ ਆ ਉਹਨੂੰ ਅੱਗੇ ਜੀ। ਹੱਥਾਂ ਪੈਰਾਂ ਦੀ ਪਈ ਹੈ। ਇਹਨਾਂ ਦੇ ਹੋਰ ਮੁਸ਼ਕਲਾਂ ਵਧਣ ਵਾਲੀਆਂ ਇਹ ਆਪਾਂ ਦੇਖਾਂਗੇ। ਓਕੇ, ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਪੰਦੇਰ ਸਾਹਿਬ, ਜਿੱਦਾਂ ਹਰਕੰਵਲ ਜੀ ਨੇ, ਪ੍ਰਾਸ਼ੀ ਜੀ ਨੇ ਕਮੈਂਟਸ ਕੀਤੇ ਹੈਗੇ ਆ, ਪੰਜਾਬ ਦੀ ਸਥਿਤੀ ਬਹੁਤ ਹੀ ਦਿਲਚਸਪ ਬਣੀ ਹੈ। ਦੇਖੋ ਇਸ ਵੇਲੇ ਚਾਹੇ ਅਕਾਲੀ ਦਲ ਹੈ, ਆਮ ਆਦਮੀ ਪਾਰਟੀ ਹੈ, ਜਿੱਦਾਂ ਉਹਨਾਂ 'ਚ ਖਿਲਾਰਾ ਪਿਆ ਵਾ ਹੈ, ਕਾਂਗਰਸ ਦੇ ਵਿੱਚ ਤਾਂ ਹਾਈ ਹੈ, ਕੋਈ ਦੋ ਰਹਿਵਾ ਨਹੀਂ, ਤੇ ਭਾਰਤੀ ਜਨਤਾ ਪਾਰਟੀ ਬੇਸ਼ੱਕ ਪੰਜਾਬ 'ਚ ਅੱਜ ਦੀ ਸਥਿਤੀ 'ਚ ਜੇ ਆਪਾਂ ਪਿਛੋਕੜ ਦੀ ਗੱਲ ਕਰੀਏ ਤਾਂ 23 ਤੋਂ ਵੱਧ ਸੀਟਾਂ ਉਹਨਾਂ ਨੇ ਕਦੇ ਮੰਗ ਨਹੀਂ ਕੀਤੀ। ਜੋ ਕੇਂਦਰ ਦੇ 'ਚ ਇਸ ਵੇਲੇ ਜਿੰਨੀ ਤਾਕਤ ਦੇ ਨਾਲ ਉਹ ਬੈਠੇ ਹੈ, ਇਹ ਬਦਲੀਆਂ ਹੋਈਆਂ ਪ੍ਰਸਥਿਤੀਆਂ 'ਚ ਪੰਜਾਬ ਪ੍ਰਤੀ ਏਜੰਡਾ ਵੀ ਭਾਰਤੀ ਜਨਤਾ ਪਾਰਟੀ ਦਾ ਬਦਲਿਆ ਨਜ਼ਰ ਆ ਰਿਹਾ ਹੈ। ਜੀ ਪੰਦੇਰ ਜੀ, ਕੀ ਇਸ ਖਲਾਅ ਨੂੰ ਪੂਰਾ ਕਰ ਸਕੇਗੀ ਭਾਜਪਾ? ਸਿੱਧੂ ਸਾਹਿਬ, ਪਹਿਲਾਂ ਤਾਂ ਇਹ ਕੋਈ ਨਵਾਂ ਤਾਂ ਗੱਲ ਹੈ ਨਹੀਂ ਕਿ ਚੋਣਾਂ ਤੋਂ ਪਹਿਲਾਂ ਜਦੋਂ ਆਉਂਦੀਆਂ ਨੇ, ਨੇੜੇ ਹੁੰਦੀਆਂ ਨੇ, ਭਾਜਪਾ ਦੇ ਵਿੱਚ ਹਮੇਸ਼ਾ ਪਿਛਲੀਆਂ ਤੁਸੀਂ ਕਾਫੀ ਦੇਰ ਤੋਂ ਦੇਖ ਲਓ ਤੇ ਖੁਸਰ ਸ਼ੁਰੂ ਹੋ ਜਾਂਦੀ ਹੈ ਕਿ ਅਸੀਂ 23 ਸੀਟਾਂ ਦੇ ਨਾਲ ਨਹੀਂ ਲੜਨਾ ਤੇ ਅਸੀਂ 23 ਸੀਟਾਂ ਤੋਂ ਵੱਧ ਸੀਟਾਂ ਤੇ ਲੜਨਾ। ਮੈਨੂੰ ਹਾਲੇ ਵੀ ਯਾਦ ਆ ਕਿ ਜਦੋਂ ਬੀਜੇਪੀ ਦੇ ਵਿੱਚ ਬਹੁਤ ਵੱਡਾ ਰੋਲ ਮਦਨ ਮੋਹਨ ਮਿੱਤਲ ਤੇ ਬਲਰਾਮਜੀਤ ਦਾਸ ਟੰਡਨ ਹੋਣੀ ਅਦਾ ਕਰਦੇ ਸੀ, ਉਹ ਦੋਨੋਂ ਲੀਡਰਸ ਨੇ ਕਿਹਾ ਕਿ ਅਸੀਂ 23 ਸੀਟਾਂ ਦੇ ਨਾਲ ਅਸੀਂ ਨਹੀਂ ਮੰਨਣਾ ਤੇ ਅਸੀਂ 23 ਸੀਟਾਂ ਤੋਂ ਵੱਧ ਸੀਟਾਂ ਲੈਣੀਆਂ ਨੇ। ਉਦੋਂ ਦੀ ਡਿਮਾਂਡ ਇਹਨਾਂ ਦੀ ਚੱਲੀ ਆ ਰਹੀ ਹੈ। ਪਰ ਹੁੰਦਾ ਕੀ ਹੈ ਜੀ ਕਿ ਹਾਈ ਕਮਾਂਡ ਇਹਨਾਂ ਨੂੰ ਘੂਰ ਕੇ ਜਿਹੜੀ ਹੁੰਦੀ ਆ ਘਰੇ ਭੇਜ ਦਿੰਦੀ ਹੈ ਤੇ ਫਿਰ ਇਹ ਉਸੇ ਤਨਖਾਹ ਤੇ ਨੌਕਰੀ ਕਰ ਲੈਂਦੇ ਆ। ਤੇ ਮੈਨੂੰ ਇਹ ਸਥਿਤੀ ਕੋਈ ਬਾਹਲੀ ਬਦਲਦੀ ਨਜ਼ਰ ਨਹੀਂ ਜੇ ਆਉਂਦੀ, ਕਿਉਂਕਿ ਜਿਹੜੀ ਭਾਜਪਾ ਦਾ ਜਿਹੜਾ ਪੰਜਾਬ ਦਾ ਯੂਨਿਟ ਹੈ, ਮੈਂ ਸਿੱਧੂ ਸਾਹਿਬ ਤੁਹਾਨੂੰ ਚੈਲੰਜ ਕਰਦਾ ਕਿ ਆਪਾਂ ਬੇਸ਼ੱਕ ਭਾਜਪਾ ਬਹੁਤ ਜਿਹੜੀ ਹੈਗੀ ਆ ਐਤਕੀ ਉਕਸੁਕ ਕਰਕੇ ਨਰਿੰਦਰ ਮੋਦੀ ਦੇ ਮੋਢਿਆਂ ਤੇ ਚੜ੍ਹ ਕੇ ਅਸੀਂ ਪੰਜਾਬ 'ਚ ਕਾਬਜ਼ ਹੋ ਜਾਣਾ। ਮੈਂ ਚੈਲੰਜ ਕਰਦਾ ਕਿ ਆਪਾਂ ਦੋਨੋਂ ਜਾਣੇ ਪੰਜਾਬ ਦੇ ਪਿੰਡਾਂ 'ਚ ਜਾਂਦੇ ਆ ਤੇ ਪੰਜਾਬ ਦੇ ਜਿਹੜੇ ਮੌਜੂਦਾ ਬੀਜੇਪੀ ਦੇ ਪ੍ਰਧਾਨ ਨੇ ਉਹਨਾਂ ਦੇ ਪਿੰਡਾਂ 'ਚ ਜਾ ਕੇ ਨਾਂ ਹੀ ਪੁੱਛ ਲੈਂਦੇ ਵੀ ਕੌਣ ਆ ਪ੍ਰਧਾਨ। ਜੇ ਉਹਨਾਂ ਲੋਕਾਂ ਨੂੰ ਇਹ ਵੀ ਪਤਾ ਹੋਵੇ ਤਾਂ ਬਹੁਤ ਵੱਡੀ ਗੱਲ। ਜਿਹੜੀ 23 ਸੀਟਾਂ ਦੀ ਗੱਲ ਆ, ਅਕਾਲੀ ਦਲ ਜੇ ਇਹਨਾਂ ਦੀ ਸਪੋਰਟ ਨਾ ਕਰੇ 23 ਸੀਟਾਂ ਦੇ ਉੱਤੇ ਵੀ ਬੀਜੇਪੀ ਨੂੰ ਪੰਜਾਬ ਦੇ ਵਿੱਚ ਕੁਛ ਨਹੀਂ ਹੱਥ ਪੱਲੇ ਮਿਲਦਾ। ਪਿਛਲੀਆਂ 2 ਲੋਕ ਸਭਾ ਦੀਆਂ ਜਿਹੜੀਆਂ ਚੋਣਾਂ ਹੋਈਆਂ ਨੇ, ਜਿਹਦੇ ਵਿੱਚ ਮੋਦੀ ਲਹਿਰ ਪੂਰੇ ਪ੍ਰਚੰਡ ਰੂਪ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਛਾਈ, ਪੰਜਾਬ ਦੇ ਵਿੱਚ ਜਿਹੜੇ ਸਾਡੇ ਤਬਕੇ ਨੇ, ਸਿੱਖਾਂ ਨੇ ਤੇ ਹਿੰਦੂਆਂ ਨੇ, ਉਹਨਾਂ ਨੇ ਉਹਦੇ ਉੱਪਰ ਮੋਦੀ ਲਹਿਰ ਦਾ ਅਸਰ ਨਹੀਂ ਹੋਇਆ। ਤੇ ਤੁਸੀਂ ਇਹ ਦੇਖੋ ਜੀ, ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰੋਂ ਵੀ ਹਰਾਇਆ ਆਪਣੇ ਅਰੁਣ ਜੇਤਲੀ ਵਰਗੇ ਕਦਾਵਰ ਲੀਡਰ ਨੂੰ। ਤੇ ਐਂਡ ਦੇ ਵਿੱਚ ਆ ਕੇ ਜਿਹੜੀ ਹੁਣ ਇੱਥੇ ਚੋਣ ਹੋਈ, ਇੱਥੇ ਲੈ ਕੇ ਸਨੀ ਦਿਓਲ ਵਰਗਾ ਜਿਹੜਾ ਨਾਨ ਬੀਜੇਪੀ ਦਾ ਬੰਦਾ ਸੀ, ਜਿਹਦਾ ਬੀਜੇਪੀ 'ਚ ਲੈਣਾ ਦੇਣਾ ਨਹੀਂ ਸੀ, ਉਹਨੂੰ ਲਿਆ ਕੇ ਖੜਾ ਕਰਕੇ ਗੁਰਦਾਸਪੁਰ ਦੀ ਸੀਟ ਤਾਂ ਇਹਨਾਂ ਦੇ ਹੱਥ ਪੱਲੇ ਪਈ। ਸੋ ਬੀਜੇਪੀ ਦੇ ਕੋਲੇ ਆਪਣੀ ਜਿਹੜੀ ਲੀਡਰਸ਼ਿਪ ਦਾ ਜਾਂ ਈਵਨ ਜਿਹੜੇ ਇਹਨਾਂ ਕੋਲੇ ਕੈਂਡੀਡੇਟ ਨੇ, ਜੇ ਇਹਨਾਂ ਨੂੰ 58 ਸੀਟਾਂ ਮਿਲ ਵੀ ਜਾਂਦੀਆਂ ਨੇ, ਜੇ ਕੱਲ ਨੂੰ ਬਾਦਲ ਅਕਾਲੀ ਦਲ ਦੇ ਨਾਲ ਤੋੜ ਵਿਛੋੜਾ ਕਰਕੇ ਢੀਂਡਸਾ ਅਕਾਲੀ ਦਲ ਦੇ ਨਾਲ ਜਾਂ ਕਿਸੇ ਹੋਰ ਅਕਾਲੀ ਦਲ ਦੇ ਨਾਲ ਇਹ ਆਪਣਾ ਸਮਝੌਤਾ ਕਰ ਵੀ ਲੈਂਦੇ ਨੇ, ਅੱਧੋ ਸਿੱਧੀਆਂ ਸੀਟਾਂ 58 59 ਵਾਲੀਆਂ ਸੀਟਾਂ ਕਰ ਵੀ ਲਈਆਂ ਕਿਸੇ ਦੇ ਨਾਲ, ਇਹਨਾਂ ਨੂੰ ਉਹ 58 ਬੰਦੇ ਕੈਂਡੀਡੇਟ ਲੱਭਣੇ ਮੁਸ਼ਕਲ ਹੋ ਜਾਣੇ ਨੇ ਜਿਹੜੇ ਆਪਣੀਆਂ ਜ਼ਮਾਨਤਾਂ ਬਚਾ ਲੈਣ। ਕਿਉਂਕਿ ਇਸ ਵੇਲੇ ਮੈਨੂੰ ਨਜ਼ਰ ਨਹੀਂ ਆ ਰਿਹਾ। ਇੱਕ ਮਿੰਟ ਮੈਂ ਸਿੱਧੂ ਸਾਹਿਬ, ਇੱਕ ਹੋਰ ਆ, ਪੰਜਾਬ ਦੇ ਵਿੱਚ ਜੇ ਕਿਸੇ ਵੀ ਪਾਰਟੀ ਨੇ ਸਾਹਮਣੇ ਆਉਣਾ, ਆਮ ਆਦਮੀ ਪਾਰਟੀ ਨੇ ਵੀ ਦੇਖ ਲਿਆ, ਹੋਰਾਂ ਨੇ ਵੀ ਕਰ ਲਿਆ, ਇੱਕ ਸਿੱਖ ਫੇਸ ਹੋਣਾ ਬਹੁਤ ਜ਼ਰੂਰੀ ਹੈ, ਇੱਕ ਹਿੰਦੂ ਫੇਸ ਹੋਣਾ ਬਹੁਤ ਜ਼ਰੂਰੀ ਆ। ਕਾਂਗਰਸ ਦੇ ਵਿੱਚ ਦੇਖੋ ਤੁਸੀਂ, ਉਹਨਾਂ ਨੇ ਇੱਕ ਸਿਸਟਮ ਬਣਾਇਆ ਕਿ ਕੈਪਟਨ ਅਮਰਿੰਦਰ ਸਿੰਘ ਸਿੱਖ ਫੇਸ ਹੈਗੇ ਆ ਤੇ ਹਿੰਦੂ ਫੇਸ ਉਹਨਾਂ ਨੇ ਸੁਨੀਲ ਜਾਖੜ ਉਹਨਾਂ ਨੂੰ ਬਣਾਇਆ। ਉਸੇ ਤਰ੍ਹਾਂ ਮਾੜਾ ਮੋਟਾ ਆਮ ਆਦਮੀ ਪਾਰਟੀ ਵੀ ਕਰਨ ਦੀ ਕੋਸ਼ਿਸ਼ ਕਰਦੀ ਆ, ਅਮਨ ਅਰੋੜਾ ਨੂੰ ਮੂਹਰੇ ਪਲੇ ਕਰਦੀ ਆ। ਬੀਜੇਪੀ ਦੇ ਕੋਲੇ ਇੱਕ ਜਿਹੜਾ ਐਸਟੈਬਲਿਸ਼ਡ ਜਾਂ ਲੋਕਾਂ ਦੇ ਵਿੱਚ ਇੱਕ ਐਸਟੈਬਲਿਸ਼ਡ ਸਿੱਖ ਫੇਸ ਹਾਲੇ ਤੱਕ ਨਹੀਂ। ਉਹਨਾਂ ਕੋਲ ਇੱਕ ਸੀਗਾ ਨਵਜੋਤ ਸਿੱਧੂ, ਉਹ ਗਵਾ ਚੁੱਕੇ ਨੇ। ਔਰ ਜੇ ਨਵਜੋਤ ਸਿੱਧੂ ਵਾਪਸ ਹੁਣ ਬੀਜੇਪੀ ਜਾਂਦੇ ਨੇ, ਮੇਰੇ ਖਿਆਲ ਦੇ ਵਿੱਚ ਪੰਜਾਬ ਦੇ ਵੋਟਰ ਫਿਰ ਉਸ ਨੂੰ ਬੜੀ ਲਾਈਕ ਨਹੀਂ ਕਰਨਗੇ। ਨਵਜੋਤ ਸਿੱਧੂ ਨੂੰ ਇਹ ਤੋਲ ਕੇ ਹੀ ਗੱਲ ਕਰਨੀ ਪੈਣੀ ਹੈ। ਸੋ ਇਹ ਸਿੱਧਾ ਜਿਹੜਾ ਹੈਗਾ ਕਿ ਬੀਜੇਪੀ ਬਹੁਤ ਛੇਤੀ ਕੋਈ ਏਜੰਡਾ ਲੈ ਕੇ ਆਊਗੀ। ਬੀਜੇਪੀ ਵਾਸਤੇ ਵੀ ਬਹੁਤ, ਜਾਂ ਤਾਂ ਬੀਜੇਪੀ 5 ਸਾਲ ਪਹਿਲਾਂ ਹੀ ਆਪਣਾ ਕੰਮ ਸ਼ੁਰੂ ਕਰ ਲੈਂਦੇ, ਹੁਣ 1.5 ਸਾਲ ਰਹਿ ਗਿਆ। ਇਹ 1.5 ਸਾਲ ਦੇ ਵਿੱਚ ਇੰਨਾ ਕੰਮ ਕਰਨਾ ਹੈਗਾ। ਲੋਕਾਂ ਦੀ ਤੁਸੀਂ ਜਿਹੜੀ ਥਾਟ ਆ ਉਹਦੇ ਵਿੱਚ ਤੁਸੀਂ ਆਪਣੇ ਆਪ ਨੂੰ ਐਸਟੈਬਲਿਸ਼ ਕਰਨਾ। ਜਿਹੜੀ ਬੀਜੇਪੀ ਦੀ ਪਾਰਟੀ ਦੀ ਇੱਕ ਜਿਹੜੀ ਦੁਖਾਂਤ ਹੈ ਕਿ ਉਹ
ਹਾਈ ਜਿਹੜੀ ਮੀਡੀਆ ਦੀਆਂ ਹੈਡਲਾਈਨਸ ਦੇ ਵਿੱਚ ਤਾਂ ਕਾਫੀ ਆ ਜਾਂਦੀ ਹੈ ਪੰਜਾਬ ਦਾ ਯੂਨਿਟ, ਬਟ ਲੋਕਾਂ ਜਿਹੜੀ ਗਲੀਆਂ ਮੁਹੱਲੇ ਦੇ ਉੱਤੇ, ਜਿਹੜੀ ਸਟਰੀਟ ਦੇ ਉੱਤੇ ਆ, ਜਿਹੜੀ ਜਿੱਥੇ ਤੁਸੀਂ ਆਮ ਸੜਕ ਦੇ ਉੱਤੇ ਜਦੋਂ ਪਾਰਟੀ ਆ ਉਹਦਾ ਕੋਈ ਨਜ਼ਰ ਨਹੀਂ ਆਉਂਦੀ, ਕਿਸੇ ਧਰਨੇ ਮੁਜ਼ਾਹਰਾ ਨਹੀਂ ਨਜ਼ਰ ਆਪਾਂ ਨੂੰ ਆਉਂਦਾ, ਉਹ ਸਾਰੇ ਦਾ ਸਾਰਾ ਉਹਦੇ ਵਿੱਚ ਬੀਜੇਪੀ ਨੂੰ ਨੁਕਸਾਨ ਸਾਰੇ ਦਾ ਸਾਰਾ ਇਹਦਾ ਖਮਿਆਜ਼ਾ ਭੁਗਤਣਾ ਪੈਂਦਾ। ਪ੍ਰਾਸ਼ੀ ਜਿਸ ਮੁੱਦੇ ਤੇ ਪੰਦੇਰ ਸਾਹਿਬ ਕਹਿ ਰਹੇ ਸੀਗੇ ਕਿ ਵੀ ਭਾਰਤੀ ਜਨਤਾ ਪਾਰਟੀ ਦੇ ਲਈ ਇੰਨਾ ਸੌਖਾ ਨਹੀਂ, ਪਰ ਜੇ ਆਪਾਂ ਸ਼ਹਿਰੀ ਸੀਟਾਂ ਦੀ ਗੱਲ ਕਰਦੇ ਹਾਂ ਤਾਂ ਪੰਜਾਬ 'ਚ ਕਾਫੀ ਜਿਹੜੀ ਅੱਧ ਵਿਚਾਰ ਜਾਣੀ ਘੱਟੋ ਘੱਟ 40-45 ਸੀਟਾਂ ਉਹ ਹੈ ਜਿਹੜੀਆਂ ਸ਼ਹਿਰੀ ਹੈ, ਉੱਥੇ ਤਾਂ ਭਾਰਤੀ ਜਨਤਾ ਪਾਰਟੀ ਆਪਣਾ ਸਿੱਧੇ ਤੌਰ ਤੇ ਪ੍ਰਭਾਵ ਪਾ ਸਕਦੀ ਹੈ ਜਿੱਦਾਂ ਦੀ ਕੌਮੀ ਪੱਧਰ ਤੇ ਸਥਿਤੀ ਬਣੀ ਹੈ। ਕਿਵੇਂ ਦੇਖਦੇ ਹੋ ਕਿ ਲੱਗਦਾ ਪੋਸੀਬਿਲਿਟੀ ਕੋਈ? ਇੱਕ ਤਾਂ ਜੀ ਗੱਲ ਹੈ ਕਿ ਹੁਣੀ ਮੇਰੇ ਫਾਜ਼ਲ ਦੋਸਤ ਪੰਦੇਰ ਸਾਹਿਬ ਨੇ ਦੱਸਿਆ ਹੈ ਕਿ ਇਹ ਭਾਜਪਾ ਦੀ ਬੜੀ ਪੁਰਾਣੀ ਮੰਗ ਹੈ ਕਿ ਜੀ ਸਾਨੂੰ ਅੱਧੀਆਂ ਸੀਟਾਂ ਦਿਓ, ਤਾਂ ਲੇਕਿਨ ਹਾਈ ਕਮਾਂਡ ਦੀ ਘੁਟਕੀ ਤੋਂ ਬਾਹਰ ਠੰਡੇ ਹੋ ਕੇ ਬਹਿ ਜਾਂਦੇ ਹੈ। ਮੈਂ ਇਹਦੇ ਵਿੱਚ ਥੋੜ੍ਹਾ ਜਿਹਾ ਆਈ ਵਿਲ ਬੈਕ ਟੂ ਡਿਫਰ, ਕਿਉਂਕਿ ਹੁਣ ਇਹ ਹੈ ਕਿ ਪਹਿਲੇ ਦੇ ਹਾਈ ਕਮਾਂਡ ਔਰ ਹੁਣ ਦੇ ਹਾਈ ਕਮਾਂਡ ਦੇ ਵਿੱਚ ਬੜਾ ਫਰਕ ਹੈ, ਦਿੱਲੀ ਦੇ ਵਿੱਚ ਵੀ ਔਰ ਪੰਜਾਬ ਦੇ ਵਿੱਚ ਵੀ। ਪੰਜਾਬ ਦੇ ਵਿੱਚ ਪਹਿਲੇ ਪ੍ਰਕਾਸ਼ ਸਿੰਘ ਬਾਦਲ ਜਿਹੜੇ ਉਹ ਲੀਡ ਕਰਦੇ ਹੁੰਦੇ ਸੀ, ਔਰ ਉਹਨਾਂ ਦੇ ਦਿੱਲੀ ਦੇ ਜਿਹੜੇ ਭਾਜਪਾ ਦੀ ਟੌਪ ਦੀ ਲੀਡਰਸ਼ਿਪ ਹੈ, ਅਟਲ ਬਿਹਾਰੀ ਵਾਜਪਾਈ, ਐਲ.ਕੇ. ਅਡਵਾਨੀ ਨਾਲ ਬੜੇ ਸਿੱਧੇ ਆਪਣਾ ਬੜੇ ਅੱਛੇ ਸੁਹਾਵੇਂ ਜਿਹੜੇ ਸੀ ਸੰਬੰਧ ਹੁੰਦੇ ਸੀ। ਉਹ ਆਪਣਾ ਇੱਕ ਫੋਨ ਕਾਲ ਕਰਕੇ ਸਾਰਾ ਜਿਹੜੇ ਪੰਜਾਬ ਭਾਜਪਾ ਦੀ ਲੀਡਰਸ਼ਿਪ ਸੂਬੇ ਦੀ ਉਹਨਾਂ 'ਤੇ ਪਾਣੀ ਫੇਰ ਦਿੰਦੇ ਸੀ। ਹੁਣ ਉੱਥੇ ਡਿਫਰੈਂਟ ਲੀਡਰਸ਼ਿਪ ਹੈ, ਉੱਥੇ ਮੋਦੀ ਦੀ ਅਤੇ ਅਮਿਤ ਸ਼ਾਹ ਦੀ ਲੀਡਰਸ਼ਿਪ ਹੈ। ਉਹ ਤੁਹਾਨੂੰ ਯਾਦ ਹੋਣਾ ਹੈ ਕਿ ਜਿਸ ਵੇਲੇ ਇਲੈਕਸ਼ਨਾਂ ਤੋਂ ਬਾਅਦ ਬਾਦਲ ਸਾਹਿਬ ਚਾਹੁੰਦੇ ਸੀ ਕਿ ਮੇਰੀ ਨੂੰਹ ਨੂੰ ਉੱਥੇ ਸੈਂਟਰ ਦੇ ਵਿੱਚ ਵਜ਼ੀਰ ਬਣਾਇਆ ਜਾਏ, ਤਾਂ ਮੋਦੀ ਸਾਹਿਬ ਨੇ 10 ਦਿਨ ਤੱਕ ਇਹਨਾਂ ਨੂੰ ਮੁਲਾਕਾਤ ਦਾ ਟਾਈਮ ਨਹੀਂ ਸੀ ਦਿੱਤਾ। ਉਹ ਇਹ ਕਹਿੰਦੇ ਸੀ ਕਿ ਇਹਦੀ ਆਪਣੇ ਪਰਿਵਾਰਵਾਦ ਦੀ ਬਜਾਏ ਕਿਸੇ ਹੋਰ ਨੂੰ ਬੰਦਾ ਭੇਜੋ, ਤਾਂ ਲੀਡਰ ਬਣਾਓ। ਸੁਖਦੇਵ ਸਿੰਘ ਢੀਂਡਸਾ ਨੂੰ ਵਜ਼ੀਰ ਬਣਾ ਦਿੰਦੇ ਆ, ਚੰਦੂ ਮਾਜਰੇ ਨੂੰ ਬਣਾ ਦਿੰਦੇ ਆ, ਲੇਕਿਨ ਇਹ ਆਪਣੇ ਪਰਿਵਾਰ ਦੇ ਬੰਦੇ ਨੂੰ ਨਾਲ ਲੈ ਕੇ ਆਓ। ਲੇਕਿਨ ਇਹਨਾਂ ਨੇ ਇਨਸਿਸਟ ਕਰਕੇ ਹਰਸਿਮਰਤ ਬਾਦਲ ਨੂੰ ਸੈਂਟਰ ਦੇ ਵਿੱਚ ਵਜ਼ੀਰ ਬਣਵਾਇਆ। ਔਰ ਹੁਣ ਮੇਰਾ ਕਹਿਣ ਦਾ ਮਤਲਬ ਭਾਵ ਹੈ ਕਿ ਅਕਾਲੀ ਦਲ ਦੇ ਹੁਣ ਜਿਹੜੇ ਭਾਜਪਾ ਦੀ ਲੀਡਰਸ਼ਿਪ ਨੇ ਉਹ ਪੁਰਾਣੇ ਜਿਹੜੇ ਰਿਲੇਸ਼ਨ ਨਹੀਂ ਹੈ। ਉਹ ਦੂਸਰੀ ਗੱਲ ਹੈ ਕਿ ਗਰਾਊਂਡ ਸਿਚੁਏਸ਼ਨ ਪੂਰੀ ਤਰ੍ਹਾਂ ਬਦਲ ਗਈ ਹੈ। ਪੰਜਾਬ 'ਚ ਹੁਣ ਅਕਾਲੀ ਦਲ ਦੀ ਪਹਿਲੇ ਵਰਗੀ ਪੋਜੀਸ਼ਨ ਨਹੀਂ ਰਹੀ, ਇਹ ਸਭ ਤੋਂ ਕਮਜ਼ੋਰ ਸਥਿਤੀ 'ਚ ਹੈ। ਦੂਜੇ ਪਾਸੇ ਜਿਹੜਾ ਭਾਜਪਾ ਹੈ ਇਹ ਮੰਨਿਆ ਕਿ ਮੋਦੀ ਲਹਿਰ ਜਿਹੜੀ ਹੈ ਸਾਰੇ ਹਿੰਦੁਸਤਾਨ 'ਚ ਚੱਲੀ, ਲੇਕਿਨ ਪੰਜਾਬ ਦੇ ਵਿੱਚ ਨਹੀਂ ਚੱਲੀ ਪਿਛਲੇ ਇਲੈਕਸ਼ਨਾਂ ਦੇ ਵਿੱਚ। ਉਹਦੀ ਵਜ੍ਹਾ ਇਹ ਹੋਰ ਹੈਗੀ ਹੈ। ਉਹਦੀ ਕੀ ਵਜ੍ਹਾ ਹੈ ਉਹ ਆਪਾਂ ਬਾਅਦ ਵਿੱਚ ਉਹ ਸੈਪਰੇਟ ਟਾਕ ਹੈ, ਲੇਕਿਨ ਫੈਕਟ ਹੈ ਕਿ ਪਿਛਲੇ ਇਲੈਕਸ਼ਨਾਂ ਦੇ ਵਿੱਚ ਬਾਦਲਾਂ ਨੇ ਵੀ ਜਿਹੜੀਆਂ ਵੋਟਾਂ ਮੰਗੀਆਂ ਲੋਕਾਂ ਤੋਂ, ਉਹ ਮੋਦੀ ਸਾਹਿਬ ਦੀ ਪਰਫਾਰਮੈਂਸ ਉੱਤੇ ਮੰਨੀਆਂ। ਉਹਨਾਂ ਨੇ ਮੋਦੀ ਦੇ ਨਾਂ ਤੇ ਵੋਟਾਂ ਮੰਗੀਆਂ। ਬਿਲਕੁਲ ਠੀਕ ਪ੍ਰਾਸ਼ੀ, ਨਹੀਂ ਮਿਲੀਆਂ, ਬਿਲਕੁਲ ਮਿਲੀਆਂ ਨਹੀਂ ਮਿਲੀਆਂ, ਉਹ ਗੱਲ ਦੂਜੀ ਹੈ, ਹਾਰ ਗਏ। ਥੈਂਕ ਯੂ। ਲੇਕਿਨ ਇਹ ਫੈਕਟ ਹੈ। ਹੁਣ ਲੈਣੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਇਹਨਾਂ ਹੀ ਮੁੱਦਿਆਂ ਤੇ ਆ ਰਹੇ ਹਾਂ ਵਾਪਸ। ਨਜ਼ਰੀਆ ਦੀ ਡਿਬੇਟ ਦਰਸ਼ਕਾਂ ਦਾ ਸਵਾਗਤ। ਹਰਕਮਲ ਜੀ, ਬ੍ਰੇਕ ਤੋਂ ਪਹਿਲਾਂ ਜਿੱਦਾਂ ਪੰਦੇਰ ਜੀ ਨੇ ਆਪਣੇ ਕਮੈਂਟਸ ਕੀਤੇ ਹੈ ਔਰ ਪ੍ਰਾਸ਼ੀ ਜੀ ਨੇ ਕਿਹਾ ਹੈਗਾ, ਇੱਕ ਸਵਾਲ ਤਾਂ ਹਾਈ ਹੈ। ਪੰਦੇਰ ਜੀ ਜਿਹੜਾ ਸਵਾਲ ਉਠਾ ਰਿਹਾ ਹੈ ਕਿ ਭਾਜਪਾ ਕੋਲੇ ਕੋਈ ਇੱਦਾਂ ਦਾ ਸਿੱਖ ਚਿਹਰਾ ਨਹੀਂ ਹੈ ਪੰਜਾਬ ਜਿਹਨੂੰ ਉਹ ਬਾਰ ਸਕਣ, ਜਿਹਦੀ ਅਗਵਾਈ ਹੇਠਾਂ ਇਲੈਕਸ਼ਨ ਲੜ ਸਕਣ। ਉਹਦੇ ਬਦਲ ਦੇ 'ਚ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਸੁਖਦੇਵ ਸਿੰਘ ਢੀਂਡਸਾ ਦੀ ਲੀਡਰਸ਼ਿਪ ਦੀ ਗੱਲ ਆਉਂਦੀ ਹੈ, ਨਵਜੋਤ ਸਿੱਧੂ ਦੇ ਬਾਰੇ ਵੀ ਚਰਚਾ ਚੱਲਦੀ ਹੈਗੀ ਹੈ। ਪਰ ਇਹਨਾਂ ਸਾਰੀਆਂ ਪ੍ਰਸਥਿਤੀਆਂ ਦੇ ਚੱਲਦਿਆਂ ਜੋ ਪੰਜਾਬ 'ਚ ਮੌਜੂਦਾ ਪੋਲੀਟੀਕਲ ਵੈਕਿਊਮ ਜਿਹਦੀ ਆਪਾਂ ਗੱਲ ਕਰ ਰਹੇ ਹਾਂ, ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਉਹਦੀ ਪਾਰਟੀ ਜਿਹੜੀ ਆਪਸ ਵਿੱਚ ਖਾਨਾ ਜੰਗੀ 'ਚ ਉਲਝੇ ਹੋਏ ਹੈ, ਚਾਹੇ ਬਾਜਵਾ ਹੈ, ਚਾਹੇ ਦੁੱਲੋਂ ਹੈ, ਨਵਜੋਤ ਸਿੱਧੂ ਆਪਸ ਵਿੱਚ, ਉਹਦਾ ਬੈਨੀਫਿਟ ਲੈ ਕੇ ਜਿਹੜਾ ਹੈਗਾ ਭਾਜਪਾ ਪੰਜਾਬ ਦੀ ਸੱਤਾ ਵੱਲ ਨੂੰ ਅੱਗੇ ਵੱਧ ਸਕਦੀ ਹੈ। ਕਿਵੇਂ ਦੇਖਦੇ ਹੋ, ਜਾਂ ਬਹੁਤ ਵੱਡੀ ਅੜਚਨ ਜਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਏਗਾ ਭਾਜਪਾ ਨੂੰ? ਜਗਤਾਰ ਜੀ, ਇੱਕ ਗੱਲ ਬੜੀ ਸਪਸ਼ਟ ਹੈਗੀ ਹੈ, ਜੋ ਇੱਕ ਪੰਦੇਰ ਸਾਹਿਬ ਨੇ ਕਿਹਾ ਕਿ ਉਹਨਾਂ ਦੇ ਕੋਲ ਕੋਈ ਸਿੱਖ ਚਿਹਰਾ ਨਹੀਂ ਹੈਗਾ, ਉਹ ਬਿਲਕੁਲ ਫੈਕਟ ਹੈ ਕਿ ਭਾਜਪਾ ਦੇ ਕੋਲ ਪੰਜਾਬ ਦੇ ਵਿੱਚ ਕੋਈ ਸਿੱਖ ਚਿਹਰਾ ਨਹੀਂ ਹੈਗਾ। ਨੰਬਰ 2, ਜਿਹੜਾ ਜੋ ਨੈਸ਼ਨਲ ਲੈਵਲ ਤੇ ਭਾਜਪਾ ਦਾ ਇਸ ਵੇਲੇ ਪ੍ਰੋਗਰਾਮ ਹੈਗਾ ਔਰ ਜੋ ਉਹਨਾਂ ਦੀ ਸਿਆਸਤ ਹੈਗੀ ਹੈ, ਸ਼ਾਇਦ ਉਹ ਵੀ ਬਹੁਤ ਸਾਰੇ ਸਿੱਖਾਂ ਨੂੰ ਪਸੰਦ ਨਹੀਂ ਹੈਗੀ। ਸਿੱਖ ਉਹਨੂੰ ਅਪਰੂਵ ਨਹੀਂ ਕਰ ਰਹੇ, ਉਹਨੂੰ ਪਸੰਦ ਨਹੀਂ ਕਰ ਰਹੇ। ਲੇਕਿਨ ਜਿਹੜੀ ਅਸੀਂ ਇਹ ਗੱਲ ਕਹਿ ਰਹੇ ਹਾਂ ਕਿ 40 ਤੋਂ 45 ਪੰਜਾਬ ਦੀਆਂ ਅਰਬਨ ਸੀਟਾਂ ਨੇ, ਉਹ ਜਿਹੜੀਆਂ ਅਰਬਨ ਸੀਟਾਂ ਨੇ ਉੱਥੇ ਜਿਹੜਾ ਮੁਕਾਬਲਾ ਹੁੰਦਾ ਆਮ ਤੌਰ ਤੇ ਉਹ ਕਾਂਗਰਸ ਤੇ ਭਾਜਪਾ 'ਚ ਹੁੰਦਾ। ਅੱਜ ਦੀ ਡੇਟ 'ਚ ਜਿਵੇਂ ਕਾਂਗਰਸ ਥੱਲੇ ਜਾ ਰਹੀ ਹੈ ਲਗਾਤਾਰ ਪੰਜਾਬ ਦੇ ਵਿੱਚ, ਔਰ ਕੈਪਟਨ ਦੀ ਸਰਕਾਰ ਬਣਨ ਤੋਂ ਬਾਅਦ ਜੋ ਅੱਜ 3.5 ਸਾਲ 'ਚ ਉਹਨਾਂ ਦਾ ਹਾਲ ਹੋ ਗਿਆ ਹੈ, ਮੈਨੂੰ ਲੱਗਦਾ ਕਿ ਜੋ ਲਾਸ ਕਾਂਗਰਸ ਦਾ ਪੰਜਾਬ 'ਚ ਹੋ ਰਿਹਾ ਹੈ ਉਹਦਾ ਬੈਨੀਫਿਟ ਭਾਜਪਾ ਜ਼ਰੂਰ ਲੈ ਸਕਦੀ ਹੈ,
ਪੰਜਾਬ ਦੇ ਅਰਬਨ ਏਰੀਆਜ਼ ਦੇ ਵਿੱਚ ਜਿਹੜੀ ਪਹਿਲਾਂ ਕਾਂਗਰਸ ਨੂੰ ਵੋਟ ਪਈ ਸੀ ਮਗਰਲੀਆਂ ਇਲੈਕਸ਼ਨਾਂ 'ਚ ਬੜੀ ਟਿਕਾ ਕੇ ਪਈ ਸੀ, ਐਤਕੀ ਸ਼ਾਇਦ ਉਹ ਵੋਟ ਨਹੀਂ ਪਏਗੀ ਔਰ ਉਹ ਵੋਟ ਡੈਫੀਨੇਟਲੀ ਅਕਾਲੀਆਂ ਨੂੰ ਤੇ ਉਹ ਮਿਲਣੀ ਨਹੀਂ ਜਾਂ ਬਾਕੀ ਹੋਰ ਪਾਰਟੀਆਂ ਨੂੰ ਨਹੀਂ ਮਿਲਣੀ ਜੀ ਉਹ ਵੋਟ ਭਾਜਪਾ ਲੈ ਜੀ। ਕੇ ਜਾ ਸਕਦੀ ਹੈ। ਭਾਜਪਾ ਉਸ ਗੱਲ ਦਾ ਭਰਪੂਰ ਫਾਇਦਾ ਲੈ ਸਕਦੀ ਹੈ। ਸੋ ਇਹ ਬਦਲੇ ਹਾਲਾਤ ਦੇ ਵਿੱਚ ਮੇਰੇ ਖਿਆਲ 'ਚ ਇਹ ਗੱਲ ਬੀਜੇਪੀ ਵੀ ਅੰਡਰਸਟੈਂਡ ਕਰ ਰਹੀ ਹੈ ਕਿ ਪੰਜਾਬ ਦੇ ਵਿੱਚ ਜਦੋਂ ਕਾਂਗਰਸ ਥੱਲੇ ਜਾਂਦੀ ਹੈ ਉਹਦਾ ਬੈਨੀਫਿਟ ਜਿਹੜਾ ਹੈ ਉਹ ਭਾਜਪਾ ਨੂੰ ਮਿਲਦਾ ਹੈਗਾ ਔਰ ਪੰਜਾਬ ਦੀਆਂ ਜਿਹੜੀਆਂ ਅਰਬਨ ਸੀਟਾਂ ਨੇ ਉਹਨਾਂ ਤੇ ਮੈਨੂੰ ਲੱਗਦਾ ਕਿ ਬਿਲਕੁਲ ਮਿਲੇਗਾ ਜਿੱਥੇ ਖਾਸ ਕਰਕੇ ਹਿੰਦੂ ਵੋਟ ਕਾਫੀ ਹੈਗੀ ਹੈ। ਜਿਵੇਂ ਪ੍ਰਾਸ਼ਰ ਸਾਹਿਬ ਨੇ ਦੱਸਿਆ ਕਿ ਜਿਵੇਂ ਉਹਨਾਂ ਨੇ ਬੀਜੇਪੀ ਨੇ ਨੈਸ਼ਨਲ ਲੈਵਲ ਤੇ ਕਈ ਪ੍ਰੋਗਰਾਮ ਲਏ ਨੇ, ਜਿਵੇਂ ਰਾਮ ਮੰਦਿਰ ਦਾ ਲਿਆ ਹੈਗਾ, ਕਸ਼ਮੀਰ ਦਾ ਲਿਆ ਹੈ, ਜਿਹੋ ਜਿਹੀ ਡਿਸਾਈਸਿਵ ਉਹਨਾਂ ਦੀ ਲੀਡਰਸ਼ਿਪ ਨੇ ਫੈਸਲੇ ਲਏ ਨੇ ਉਹਨੂੰ ਪੰਜਾਬ ਦਾ ਹਿੰਦੂ ਪਸੰਦ ਕਰ ਰਿਹਾ, ਪੰਜਾਬ ਦਾ ਇੱਕ ਫਿਰਕਾ ਕਾਫੀ ਉਹਨੂੰ ਪਸੰਦ ਕਰ ਰਿਹਾ ਔਰ ਮੇਰੇ ਖਿਆਲ 'ਚ ਉਹਦਾ ਬੈਨੀਫਿਟ ਭਾਜਪਾ ਅਗਲੀਆਂ ਇਲੈਕਸ਼ਨਾਂ 'ਚ ਬਿਲਕੁਲ ਲੈ ਸਕਦੀ ਹੈ। ਜੀ ਰਕਮਲ ਜੀ, ਇੱਕ ਛੋਟਾ ਜਿਹਾ ਸਵਾਲ ਮੈਂ ਇਸ ਤੇ ਹੋਰ ਵੀ ਲੈਣਾ ਚਾਹਾਂਗਾ। ਜੇ ਪਿਛਲੀ ਵਿਧਾਨ ਸਭਾ ਦੀ ਤੁਸੀਂ ਗੱਲ ਕਰਦੇ ਹੋ, ਉਦੋਂ ਵੀ ਕਿ ਜਰਨਲਿਸਟ ਤੁਸੀਂ ਵੀ ਘੁੰਮੇ ਹੋ, ਮੈਂ ਵੀ ਪੰਜਾਬ 'ਚ ਘੁੰਮ ਕੇ ਦੇਖਿਆ ਹੈ, ਤਾਂ ਬਹੁਤ ਵੱਡੀ ਗਿਣਤੀ 'ਚ ਜਿਹੜਾ ਸ਼ਹਿਰੀ ਵੋਟਰ ਸੀ, ਜਿਹਨੂੰ ਆਪਾਂ ਹਿੰਦੂ ਹੋਣ ਦੀ ਗੱਲ ਕਰਦੇ ਹਾਂ, ਚਾਹੇ ਬਿਜ਼ਨਸਮੈਨ ਹੈ, ਚਾਹੇ ਏਮਪਲਾਈ ਹੈ, ਦੂਜੇ ਕੰਮਾਂ ਨਾਲ ਜੁੜੇ ਹੈ, ਉਹ ਸਾਰੇ ਕਹਿ ਰਹੇ ਸੀ ਕਿ ਵੀ ਜੇ ਇਸ ਵੇਲੇ ਆਪ ਦੀ ਬਜਾਏ ਸਾਨੂੰ ਕਾਂਗਰਸ ਆ ਜਾਏ ਤਾਂ ਆਪ ਤੋਂ ਵੱਡੇ ਖਦਸ਼ੇ ਪ੍ਰਗਟ ਕੀਤੇ ਗਏ। ਤਾਂ ਉਹ ਸਾਰੇ ਦੇ ਸਾਰੇ ਈਵਨ ਮੈਨੂੰ ਲੱਗਦਾ ਹੈ ਕਿ ਜਿਹੜੇ ਪ੍ਰੋ ਬੀਜੇਪੀ ਵੀ ਸੀਗੇ, ਕੁਝ ਜਿਹੜੇ ਆਰਐਸਐਸ ਪ੍ਰਤੀ ਜਿਹੜੇ ਹਮਦਰਦੀ ਰੱਖਦੇ ਸੀ ਵੋਟਰ, ਮੈਂ ਖੁਦ ਉਹਨਾਂ ਨਾਲ ਗੱਲ ਕੀਤੀ, ਉਹਨਾਂ ਨੇ ਕਿਹਾ ਕਿ ਅਸੀਂ ਆਰਐਸਐਸ ਦੇ ਬੰਦੇ ਹਾਂ ਪਰ ਅਸੀਂ ਵੋਟ ਕਾਂਗਰਸ ਨੂੰ ਪਾਵਾਂਗੇ। ਪਿਛਲੀ ਵਾਰੀ ਕੁਝ ਇਸ ਤਰ੍ਹਾਂ ਵੀ ਹੋਇਆ ਕਿ ਆਰਐਸਐਸ ਜਾਂ ਬੀਜੇਪੀ ਦੇ ਬੰਦਿਆਂ ਨੇ ਵੀ ਕਾਂਗਰਸ ਨੂੰ ਪਾਈ ਵੋਟ, ਜਿਹੜੀ ਸ਼ਾਇਦ ਲੱਗਦਾ ਹੁਣ ਨਹੀਂ ਹੋਏਗਾ। ਤਾਂ ਬਿਲਕੁਲ ਠੀਕ ਹੈ ਤੁਹਾਡੀ ਗੱਲ। ਦੇਖੋ ਲਾਸਟ ਇਲੈਕਸ਼ਨਾਂ 'ਚ ਬੜੀ ਓਪਨ ਇੱਕ ਇਫੈਕਟ ਹੈਗਾ ਸੀ ਕਿ ਆਰਐਸਐਸ ਨੂੰ ਉਤੋਂ ਬੜੀਆਂ ਕਲੀਅਰ ਇਨਸਟਰਕਸ਼ਨਸ ਆਈਆਂ ਸੀ ਕਿ ਉਹ ਆਪਣੀ ਵੋਟ ਕਾਂਗਰਸ ਨੂੰ ਪਾਉਣ ਤਾਂ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤ ਫਾਇਦਾ ਨਾ ਹੋਵੇ, ਉਹ ਕਿਤੇ ਸੱਤਾ ਦੇ ਵਿੱਚ ਨਾ ਆ ਜਾਣ। ਸੋ ਈਵਨ ਬੀਜੇਪੀ ਜਿਹੜਾ ਕਾਡਰ ਹੈਗਾ ਸੀ ਉਹਨਾਂ ਨੇ ਵੀ ਕਈ ਥਾਵਾਂ ਤੇ ਕਾਂਗਰਸ ਨੂੰ ਵੋਟ ਪਾਈ, ਰੀਜ਼ਨ ਬੀਇੰਗ ਕਿ ਮਗਰਲੀ ਸਰਕਾਰ 'ਚ ਅਕਾਲੀ ਭਾਜਪਾ ਸਰਕਾਰ 'ਚ ਇਹਨਾਂ 'ਚ ਕੁੜਿੱਤਨ ਵੀ ਹੈਗੀ ਸੀ ਅਕਾਲੀ ਬੀਜੇਪੀ ਦੀ ਆਪਸ 'ਚ ਦਰਮਿਆਨ ਦੇ ਵਿੱਚ। ਉਹਦਾ ਵੀ ਇੱਕ ਨੁਕਸਾਨ ਉਹਨਾਂ ਨੂੰ ਹੋਇਆ ਉਦੋਂ ਕਿ ਬੀਜੇਪੀ ਦੇ ਜਿਹੜੇ ਹੇਠਲੇ ਕਾਡਰ ਸੀ ਜਿਹੜੇ ਮਹਿਸੂਸ ਕਰ ਰਹੇ ਸੀ ਕਿ ਅਕਾਲੀਆਂ ਨੇ ਉਹਨਾਂ ਦੀ ਬਹੁਤੀ ਪਰਵਾਹ ਨਹੀਂ ਕੀਤੀ ਜਾਂ ਉਹਨਾਂ ਦੀ ਚੱਲਣ ਨਹੀਂ ਦਿੱਤੀ, ਉਹ ਵੀ ਨਾਰਾਜ਼ ਸੀ ਔਰ ਉਹ ਕਾਂਗਰਸ ਵਾਲੇ ਪਾਸੇ ਗਏ। ਆਰਐਸਐਸ ਕਾਡਰ ਜਿਹੜਾ ਉਹਨਾਂ ਨੂੰ ਇਨਸਟਰਕਸ਼ਨ ਸੀ ਉਹ ਵੀ ਉਸ ਪਾਸੇ ਗਏ। ਸੋ ਇਹ ਡੈਫੀਨੇਟਲੀ ਉਹਨਾਂ ਨੂੰ ਬਹੁਤ ਵੱਡੀ ਤੁਸੀਂ ਕਹਿ ਸਕਦੇ ਹੋ ਐਡਵਾਂਟੇਜ ਮਿਲੀ ਕਾਂਗਰਸ ਨੂੰ ਕਿ ਜਿਹੜਾ ਅਰਬਨ ਵੋਟ ਸੀ, ਹਿੰਦੂ ਵੋਟ ਸੀ, ਉਹ ਉਹਨਾਂ ਨੂੰ ਕਾਫੀ ਭਰਪੂਰ ਮਦਦ ਦੇ ਗਿਆ, ਜਿਹੜਾ ਕਿ ਕਾਂਗਰਸ ਨੂੰ ਇੱਕ ਬੜੀ ਵੱਡੀ ਜਿੱਤ ਵੱਲ ਲੈ ਗਿਆ। ਜੀ ਥੈਂਕ ਯੂ ਵੈਰੀ ਮਚ। ਜਿਸ ਮੁੱਦੇ ਤੁਸੀਂ ਗੱਲ ਕਰ ਰਹੇ ਹੋ ਪ੍ਰਾਸ਼ਰ ਜੀ, ਇਸ ਮਾਮਲੇ ਤੇ ਤੁਸੀਂ ਕਿਉਂਕਿ ਕਮੈਂਟਸ ਕਰ ਰਹੇ ਸੀਗੇ, ਮੈਂ ਤੁਹਾਡੇ ਕੋਲੋਂ ਹੀ ਜਵਾਬ ਲੈਣਾ ਚਾਹਾਂਗਾ। ਜਿੱਦਾਂ ਹਰਕਮਲ ਜੀ ਨੇ ਕਿਹਾ ਕਿ ਪਿਛਲੀ ਵਾਰੀ ਜਿਹੜੀ ਵਿਧਾਨ ਸਭਾ ਦਾ ਰੁਖ ਸੀਗਾ ਵੋਟਰ ਦਾ ਉਹ ਹੋਰ ਤਰ੍ਹਾਂ ਦਾ ਸੀ। ਜੇ ਪੰਜਾਬ ਦੇ ਬਿਜ਼ਨਸਮੈਨ ਜਾਂ ਹਿੰਦੂ ਵੋਟਰ ਦੀ ਗੱਲ ਕਰਦੇ ਹਾਂ ਤਾਂ ਬਦਲੀਆਂ ਹੋਈਆਂ ਪ੍ਰਸਥਿਤੀਆਂ 'ਚ ਹੁਣ ਜੋ ਕੌਮੀ ਪੱਧਰ ਦੇ ਹਾਲਾਤ ਹੈ ਸ਼ਾਇਦ ਹੁਣ ਉਹ ਕਾਂਗਰਸ ਵੱਲ ਨਹੀਂ ਝੁਕਣਗੇ। ਕੀ ਲੱਗਦਾ ਹੈ ਤੁਹਾਨੂੰ? ਨਹੀਂ ਜਗਤਾਰ ਜੀ, ਪਹਿਲੇ ਦੀ ਸਿਚੁਏਸ਼ਨ ਹੁਣ ਤੋਂ ਸਿਚੁਏਸ਼ਨ 'ਚ ਬੜਾ ਜ਼ਮੀਨੀ ਸਮਾਨ ਦਾ ਫਰਕ ਹੈ। ਤੁਸੀਂ ਇਹ ਨੋਟ ਕਰੋ ਕਿ ਪਹਿਲੇ ਜਿਹੜੀ ਆਮ ਆਦਮੀ ਪਾਰਟੀ ਸੀ ਉਹ ਬਹੁਤ ਹੀ ਨੈਗੇਟਿਵ ਤੇ ਡਿਸਟਰਕਟਿਵ ਏਜੰਡਾ ਫੋਲੋ ਕਰਦੀ ਸੀ। ਦਿੱਲੀ ਦੇ ਵਿੱਚ ਹਰ ਬੰਦੇ ਨੂੰ, ਹਰ ਪਾਰਟੀ ਦੇ ਲੀਡਰ ਨੂੰ ਕਹਿੰਦੇ ਸੀ ਜੀ ਇਹ ਕਰਪਟ ਹੈਗਾ। ਉਸ ਲਈ ਗੱਲ ਤੇ ਈਵਨ ਕੇਜਰੀਵਾਲ ਜਿਹੜਾ ਧਰਨਾ ਦੇ ਕੇ ਬਹਿ ਜਾਂਦਾ, ਕਦੀ ਸੈਂਟਰ ਦੇ ਖਿਲਾਫ, ਕਦੀ ਗਵਰਨਰ ਦੇ ਖਿਲਾਫ, ਕਦੀ ਚੀਫ ਸੈਕਟਰੀ ਦੇ ਖਿਲਾਫ। ਚੀਫ ਸੈਕਟਰੀ ਨੂੰ ਤਾਂ ਘਰ ਬੁਲਾ ਕੇ ਕੁੱਟਿਆ ਵੀ ਗਿਆ। ਮਤਲਬ ਕਹਿਣ ਦਾ ਮਤਲਬ ਹੈ ਕਿ ਲੋਕਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਪ੍ਰਭਾਵ ਜਿਹੜਾ ਸੀ ਬੜਾ ਉਸ ਵੇਲੇ ਨੈਗੇਟਿਵ ਜਾ ਰਿਹਾ ਸੀ ਔਰ ਭਾਜਪਾ ਦੀ ਲੀਡਰਸ਼ਿਪ ਨੇ ਸ਼ਾਇਦ ਉਸ ਲਈ ਮਹਿਸੂਸ ਕੀਤਾ ਕਿ ਅਗਰ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਆਪਣੇ ਪੈਰ ਜਮਾ ਗਈ ਤਾਂ ਇਹ ਸਾਡੇ ਲਈ ਹੋਰ ਸਿਰਦਰਦੀ ਬਣ ਸਕਦੇ ਹੈ। ਅਤੇ ਇਸ ਕਰਕੇ ਉਹਨਾਂ ਨੇ ਆਪਣੀ ਸਾਰੀ ਰੈਂਕ ਐਂਡ ਫਾਈਲ ਨੂੰ ਇੰਸਟਰਕਸ਼ਨ ਦਿੱਤੀਆਂ ਕਿ ਵੀ ਆਪਾਂ ਪੂਰੀ ਕੋਸ਼ਿਸ਼ ਕਰਨੀ ਹੈ ਕਿ ਆਮ ਆਦਮੀ ਪਾਰਟੀ ਨੂੰ ਇੱਥੇ ਨਹੀਂ ਆਉਣ ਦੇਣਾ, ਉਹਦਾ ਰਸਤਾ ਰੋਕਿਆ ਜਾਏ, ਭਾਵੇਂ ਜਿਹੜੀ ਵੋਟ ਹੈ ਆਪਾਂ ਨੂੰ ਕਾਂਗਰਸ ਨੂੰ ਪਾਣੀ ਪੈ ਜਾਏ। ਔਰ ਉਹੀ ਗੱਲ ਇੱਥੇ ਹੋਈ। ਲੇਕਿਨ ਹੁਣ ਜਿਹੜੀ ਸਥਿਤੀ ਬੜੀ ਬਦਲੀ ਹੋਈ ਹੈ ਕਿ ਇੱਕ ਤਾਂ ਪਹਿਲੀ ਗੱਲ ਤਾਂ ਆਮ ਆਦਮੀ ਪਾਰਟੀ ਨੇ ਆਪਣਾ ਏਜੰਡਾ ਬਦਲ ਰਿਹਾ। ਹੁਣ ਉਹ ਕਨਫਰੰਟੇਸ਼ਨਸ ਨਹੀਂ, ਹੁਣ ਕੋਸ਼ਿਸ਼ ਇਹ ਕਰਦੀ ਹੈ ਕਿ ਆਪਾਂ ਮਿਲ ਜੁਲ ਕੇ ਕਰੀਏ ਔਰ ਸੈਂਟਰ ਨਾਲ ਵੀ ਅੱਛੀ ਤਰ੍ਹਾਂ ਰਿਲੇਸ਼ਨ ਬਣਾ ਕੇ ਰੱਖੀਏ। ਦੂਜੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਪਹਿਲੇ ਨਾਲੋਂ ਕਿਤੇ ਕਮਜ਼ੋਰ ਹੋ ਗਈ ਹੈ। ਹੁਣ ਅਗਰ ਉਹ ਫਿਰ ਵੀ ਖੜ੍ਹਦੇ ਹੈ ਤਾਂ ਉਹਨਾਂ ਨੂੰ ਪਤਾ ਨਹੀਂ ਕਿੰਨੇ ਲੋਕ ਜਿਹੜੇ ਉਹ ਪਸੰਦ ਕਰਦੇ ਨਹੀਂ ਕਰਦੇ, ਕਿਉਂਕਿ ਇਹਨਾਂ ਨੇ ਜੋ ਜਿਸ ਤਰ੍ਹਾਂ ਕੀਤਾ ਹੈ ਕਿ ਭਗਵੰਤ ਮਾਨ ਆਪਣੇ ਪਾਸ ਤੁਰ ਪਿਆ, ਅਮਨ ਅਰੋੜਾ ਆਪਣੇ ਪਾਸ ਹੈ,
ਪਾਰਟੀ ਦਾ ਜਿਹੜਾ ਕੰਵਰ ਸੰਧੂ ਹੈ ਉਹ ਐਮਐਲਏ ਉਹ ਆਪਣੀ ਝੰਡਾ ਚੱਕੀ ਫਿਰਦਾ। ਖਹਿਰਾ ਸਾਹਿਬ ਦਾ ਹੀ ਆਪਣਾ ਜਾਣਦੇ ਹੈ ਕਿ ਉਹਨੇ ਆਪਣੀ ਅਲੱਗ ਪਾਰਟੀ ਬਣਾ ਲਈ, ਫਿਰ ਬਣਾ ਕੇ ਇਲੈਕਸ਼ਨ ਵੀ ਲੜ ਰਹੇ, ਇਲੈਕਸ਼ਨ ਹਾਰ ਕੇ ਫਿਰ ਹੁਣ ਆਪਣੀ ਪਾਰਟੀ ਬਣਾ ਕੇ ਤੁਰੇ ਫਿਰਦੇ ਹੈ। ਸੋ ਉਹਦਾ ਬੜਾ ਕਨਫਿਊਜ਼ਨ ਦੀ ਸਥਿਤੀ ਦੇ ਵਿੱਚ ਹੈ। ਤੋ ਇਸ ਕਰਕੇ ਮੈਂ ਸਮਝਦਾ ਹਾਂ ਕਿ ਅਗਰ ਕਾਂਗਰਸ ਦਾ ਗ੍ਰਾਫ ਪੰਜਾਬ ਦੇ ਵਿੱਚ ਲਗਾਤਾਰ ਗਿਰ ਰਿਹਾ ਹੈ ਔਰ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਵੀ ਕੋਈ ਕੋਹੈਸਿਵ ਪ੍ਰੋਬਲਮ ਜਿਹੜੀ ਇਮੇਜ ਪੇਸ਼ ਨਹੀਂ ਕਰ ਰਹੀ ਔਰ ਅਕਾਲੀ ਦਲ ਖੁਦ ਜਿਹੜਾ ਹੈ ਉਹ ਆਪ ਨਿਕਲਦਾ ਜਾ ਰਿਹਾ ਹੈ, ਤਾਂ ਫਿਰ ਆਲਟਰਨੇਟਿਵ ਕਿਹੜਾ ਰਹਿ ਜਾਂਦਾ ਹੈ। ਔਰ ਤੁਸੀਂ ਇਹ ਦੇਖਣਾ ਕਿ ਅਗਲੇ ਇਲੈਕਸ਼ਨ ਵਿੱਚ ਅਗਰ ਭਾਜਪਾ 40-45 ਸੀਟਾਂ ਲੈ ਜਾਂਦੀ ਹੈ ਅਕਾਲੀਆਂ ਨੂੰ ਨੈਗੋਸ਼ੀਏਟ ਕਰਕੇ ਇਲੈਕਸ਼ਨ ਲੜਨ ਲਈ, ਤਾਂ ਇੱਥੇ ਸੈਂਟਰ ਦੀ ਲੀਡਰਸ਼ਿਪ ਮੋਦੀ ਸਾਹਿਬ ਦੇ ਕੰਪਲੀਟ ਨਾਲ ਲੈ ਕੇ ਉਹ ਇੱਥੇ ਕੰਪੇਨਿੰਗ ਕਰੇਗੀ ਔਰ ਉਹਨਾਂ ਦੀ ਪੂਰੀ ਕੋਸ਼ਿਸ਼ ਹੋਈ ਕਿ ਭਾਜਪਾ ਦਾ ਇੱਥੇ ਰਾਜ ਕਿਸੇ ਤਰ੍ਹਾਂ ਅਗਰ ਇਹ ਇਕੱਠੇ ਹੋ ਕੇ ਨਹੀਂ ਤਾਂ ਕਮ ਸੇ ਕਮ ਇਹ ਇੱਥੇ ਲੱਗੇ ਵੀ ਕੋਈ ਨਾ ਕੋਈ ਇਹਨੂੰ ਵਨ ਆਫ ਦੀ ਲਾਰਜੈਸਟ ਸਿੰਗਲ ਪਾਰਟੀ ਜ਼ਰੂਰ ਇੱਥੇ ਪ੍ਰੋਡਿਊਸ ਕਰੋ, ਚਾਹੇ ਰਾਜ ਬਣੇ ਨਾ ਬਣੇ। ਸੋ ਇਹ ਮੈਂ ਬੜਾ ਕਰਨ ਦਾ ਕਲੀਅਰ ਏਜੰਡਾ ਹੈ ਔਰ ਆਪਾਂ ਨੂੰ ਇਸ ਸਥਿਤੀ ਦਾ ਇਹ ਸਾਹਮਣਾ ਕਰਨ ਲਈ ਜਾਂ ਫੇਸ ਕਰਨ ਲਈ ਬਿਲਕੁਲ ਤਿਆਰ ਰਹਿਣਾ ਚਾਹੀਦਾ ਹੈ। ਔਰ ਪੰਜਾਬ ਦੇ ਲੋਕਾਂ ਨੂੰ ਉਹਨੂੰ ਹੌਲੀ ਹੌਲੀ ਕਲੀਅਰ ਮੈਸੇਜ ਹੋ ਰਿਹਾ, ਜਿਸ ਤਰ੍ਹਾਂ ਮੇਰੇ ਬਾਦਲ ਦੋਸਤਾਂ ਨੇ ਦੱਸਿਆ ਕਿ ਆਰਐਸਐਸ ਦੇ ਲੀਡਰ ਪੰਜਾਬ ਦੇ ਵਿੱਚ ਆ ਕੇ ਆਪਣੀ ਪਾਰਟੀ ਨੂੰ ਹੱਲਾਸ਼ੇਰੀ ਦੇ ਰਿਹਾ ਕਿ ਵੀ ਤਗੜੇ ਹੋ ਜਾਓ, ਅਗਲੇ ਇਲੈਕਸ਼ਨ ਆਪਾਂ ਪੂਰੇ ਜ਼ੋਰੋ ਸ਼ੋਰ ਨਾਲ ਲੜਨੇ ਆ। ਉਸ ਤੋਂ ਬੜਾ ਕਲੀਅਰ ਹੈ ਕਿ ਪਾਰਟੀ ਜਿਹੜੀ ਹੈ ਪੂਰੀ ਗੰਗ ਹੋਏਗੀ ਹੈ ਔਰ ਉਹ ਚਾਹੁੰਦੀ ਹੈ ਕਿ ਮੈਕਸੀਮਮ ਸੀਟਾਂ 'ਤੇ ਇਲੈਕਸ਼ਨ ਖੜੇ ਹੋ ਕੇ ਲੜਿਆ ਜਾਏ ਔਰ ਅਕਾਲੀਆਂ ਨਾਲ ਜਿਹੜੀ ਪੁਰਾਣੀ ਸਾਂਝ ਹੈਗੀ ਹੈ ਉਹਨੂੰ ਚਾਹੇ ਜੇ ਟੁੱਟਦੀ ਹੈ ਤਾਂ ਟੁੱਟ ਜਾਏ, ਲੇਕਿਨ ਆਪਾਂ ਜਿਹੜਾ ਹੈ ਉਹ ਪਿੱਛੇ ਨਹੀਂ ਹਟਣਾ। ਔਰ ਤੁਸੀਂ ਇਹ ਵੀ ਨੋਟਿਸ ਕੀਤਾ ਹੋਣਾ ਕਿ ਜਿਸ ਤਰ੍ਹਾਂ ਪਹਿਲੇ ਜਦੋਂ ਵੀ ਅਕਾਲੀ ਦਲ ਤੇ ਭਾਜਪਾ ਦੀ ਤੋੜਨ ਦੀ ਗੱਲ ਹੁੰਦੀ ਸੀ ਤੇ ਅਕਾਲੀ ਲੀਡਰਸ਼ਿਪ ਖਾਸ ਤੌਰ ਤੇ ਪ੍ਰਕਾਸ਼ ਸਿੰਘ ਬਾਦਲ ਇਹ ਕਹਿਣ ਲੱਗ ਸਕਦੀ ਕਿ ਇਹ ਤਾਂ ਜੀ ਸਾਡਾ 9 ਮਾਸ ਦਾ ਰਿਸ਼ਤਾ ਕਦੀ ਟੁੱਟ ਨਹੀਂ ਸਕਦਾ। 9 ਮਾਸ ਦਾ ਹੁਣ ਰਿਸ਼ਤਾ ਆਵਾਜ਼ ਜੀ ਨਹੀਂ ਆਉਂਦੀ, ਹੁਣ ਉਹ ਆਵਾਜ਼ ਕਿਤੋਂ ਨਹੀਂ ਆਉਂਦੀ, ਕਿਸੇ ਡਾਇਰੈਕਸ਼ਨ ਤੋਂ ਨਹੀਂ ਆਉਂਦੀ, ਨਾ ਅਕਾਲੀਆਂ ਵੱਲੋਂ ਤੇ ਨਾ ਭਾਜਪਾਈਆਂ ਵੱਲੋਂ। ਸੋ ਦੈਟ ਮੀਨਸ ਕਿ ਸੰਬੰਧ ਵਿਛੇਦ ਕਰਨ ਲਈ ਦੋਨੋਂ ਧੜਾਂ ਜਿਹੜੀਆਂ ਉਹ ਤਿਆਰ ਹੈ, ਮਨੋ ਮਨ ਦੇ ਵਿੱਚ ਇਸ ਗੱਲ ਦੀ ਤਿਆਰੀ ਓਕੇ ਹਾਂ ਤਿਆਰ ਬੈਠੀਆਂ। ਓਕੇ ਜੀ ਪੰਦੇਰ ਸਾਹਿਬ ਜੀ, ਪੰਦੇਰ ਜੀ ਹਾਂਜੀ ਹਾਂਜੀ ਹੈਲੋ, हाँ पंदेर जी आवाज़ आ रही है? हाँ जी करिए आ रही है। ओके पंदेर जी, जिस मामले ते प्राशी जी ने कमेंट्स किए है ये ठीक है कि अकाली दल दियां आप दियां एक अपनियां परिस्थितियां हैं, पर जिस मामले ते डिस्कशन या पॉइंट जो उभरिया वो ये भी है कि जो पंजाब के अंदर कांग्रेस नीवी जाती है तो वह बैनीफिट जोड़ा भारतीय जनता पार्टी उठा सकती है, क्योंकि अकाली दल जिस नीवी पद्धर से चलिया गया ਅੱਗੇ ਜਿਹੜਾ ਫਾਇਦਾ ਉਠਾਉਂਦਾ ਰਿਹਾ ਸ਼ਾਇਦ ਉਹ ਫਾਇਦਾ ਨਹੀਂ ਲੈ ਸਕੇਗਾ। ਉਹ ਖਿਲਾਫ ਜਿਹੜਾ ਹੈਗਾ ਸ਼ਹਿਰੀ ਸੀਟਾਂ ਦੇ ਅੰਦਰ ਭਾਰਤੀ ਜਨਤਾ ਪਾਰਟੀ ਆਪਣਾ ਉਸ ਦਾ ਬੈਨੀਫਿਟ ਲੈਣ ਵੱਲ ਨੂੰ ਅੱਗੇ ਜਿਹੜਾ ਏਜੰਡਾ ਉਹਨੇ ਤੈਅ ਕੀਤਾ ਹੈ ਉਹਦੇ ਮੁਤਾਬਕ ਸੱਤਾ ਤੇ ਕਾਬਜ਼ ਹੋਣ ਦੀ ਗੱਲ ਕਰ ਰਹੀ ਹੈ। ਕਿਵੇਂ ਦੇਖਦੇ ਹੋ ਜੀ ਇਸ ਮਾਮਲੇ ਤੇ? ਸਿੱਧੂ ਸਾਹਿਬ, ਜਿਹੜਾ ਬੀਜੇਪੀ ਦਾ ਹੁਣ ਤੱਕ ਦਾ ਜਿਹੜਾ 6 ਸਾਲ ਦਾ ਰਾਜ ਹੈ ਸੈਂਟਰ ਦੇ ਵਿੱਚ, ਉਹਦੇ 'ਚ ਪੰਜਾਬ ਵੱਲ ਕੋਈ ਜਿਹੜੀ ਉਹਨਾਂ ਦੀ ਦਿਸ਼ਾ ਨਜ਼ਰ ਜਾਂ ਉਹਨਾਂ ਦੀ ਡਾਇਰੈਕਸ਼ਨ ਜਾਂ ਉਹਨਾਂ ਦਾ ਕੋਈ ਫੋਕਸ ਨਜ਼ਰ ਨਹੀਂ ਆਉਂਦਾ। ਸੋ ਉਹਦੇ ਵਿੱਚ ਕਾਫੀ ਇਹ ਬਿਲਕੁਲ ਉਹਦੇ ਵਿੱਚ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਸਪੈਸ਼ਲੀ ਪੰਜਾਬ ਦੀ ਜਿਹੜੀ ਜਿਹਨੂੰ ਫਿਰਕੂ ਫਿਜ਼ਾ ਜਿਹੜੀ ਹੈ ਉਹ ਜਾਂ ਜਿਹਨੂੰ ਕਮਿਊਨਲ ਅਰਿਥਮੈਟਿਕ ਜਿਹੜਾ ਹੈ ਉਹ ਬਾਕੀ ਦੇਸ਼ ਦੇ ਨਾਲ ਮੇਲ ਨਹੀਂ ਖਾਂਦਾ। ਜਿਹੜਾ ਬੀਜੇਪੀ ਦਾ ਜਾਂ ਆਰਐਸਐਸ ਦਾ ਜਿਹੜਾ ਹਿੰਦੂਤਵਾ ਦਾ ਏਜੰਡਾ ਜਿਸ ਤਰ੍ਹਾਂ ਬਾਕੀ ਦੇਸ਼ ਦੇ ਵਿੱਚ ਚੱਲਿਆ ਉਹ ਪੰਜਾਬ ਦੇ ਵਿੱਚ ਐਕਸਟ੍ਰੀਮ ਲੈਵਲ ਤੇ ਉਹ ਨਹੀਂ ਚੱਲ ਰਿਹਾ। ਪੰਜਾਬ ਦੇ ਵਿੱਚ ਜਿਹੜਾ ਅੱਤਵਾਦ ਦਾ ਮਾਹੌਲ ਜਿਹੜਾ ਪੰਜਾਬ ਨੇ ਆਪਣੇ ਸਿਰ ਪਿੰਡੇ ਤੇ ਹੰਢਾਇਆ ਉਹਦੇ ਵਿੱਚ ਜਿਹੜਾ ਪੰਜਾਬ ਦੇ ਜਿਹੜੇ ਦੋਨੋਂ ਹੀ ਮੇਨ ਤਬਕੇ ਨੇ ਜਿਹੜੇ ਹਿੰਦੂ ਔਰ ਸਿੱਖ ਜਿਹੜੇ ਹੈਗੇ ਉਹ ਐਕਸਟ੍ਰੀਮ ਲੈਵਲ ਤੇ ਜਾਣ ਨੂੰ ਤਿਆਰ ਨਹੀਂ ਹੈਗੇ। ਸੋ ਬੀਜੇਪੀ ਨੂੰ ਅਗਰ ਜੇ ਉਹਨਾਂ ਨੇ ਸੀਟਾਂ ਲੈਣੀਆਂ ਨੇ ਪੰਜਾਬ ਦੇ ਵਿੱਚ, ਜੇ ਉਹਨਾਂ ਨੇ ਕਰਨੀਆਂ ਪੈਣੀਆਂ ਤੇ ਉਹਨਾਂ ਨੂੰ ਆਪਣਾ ਹਿੰਦੂਤਵਾ ਦਾ ਜਿਹੜਾ ਏਜੰਡਾ ਜਿਹੜਾ ਜਾਂ ਆਰਐਸਐਸ ਨੂੰ ਜਾਂ ਸੰਘ ਪਰਿਵਾਰ ਨੂੰ ਆਪਾਂ ਸਾਰਿਆਂ ਨੂੰ ਕਹਿ ਲਈਏ, ਉਹਨਾਂ ਨੂੰ ਆਪਣਾ ਜਿਹੜਾ ਹਿੰਦੂਤਵਾ ਦਾ ਏਜੰਡਾ ਜਿਹੜਾ ਹੈ ਉਹ ਰਿਵਾਈਜ਼ ਕਰਕੇ ਪੰਜਾਬ ਵਾਸਤੇ ਸਪੈਸ਼ਲ ਇੱਕ ਹਿੰਦੂਤਵਾ ਦਾ ਏਜੰਡਾ ਘੜਨਾ ਪੈਣਾ। ਔਰ ਦੂਸਰੀ ਗੱਲ ਇਹ ਹੈ ਕਿ ਕਾਫੀ ਦੇਰ ਤੋਂ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਖੜੋਤ ਹੈ ਜਿਹੜੀ ਸਾਡੀ ਜਿਹੜੀ ਅਰਥਚਾਰੇ ਦੀ ਹੈ ਉਹਦੇ ਵਿੱਚ ਜਿਹੜਾ ਬਿਜ਼ਨਸ ਕਮਿਊਨਿਟੀ ਹੈ ਜਿਹਦੇ ਵਿੱਚ ਬਹੁਤ ਜਿਹੜੀ ਹੈਗੀ ਆ ਜ਼ਿਆਦਾ ਜਿਹੜੀ ਤਾਦਾਦ ਹੈ ਉਹ ਹਿੰਦੂ ਭਾਈਚਾਰੇ ਚੋਂ ਹੈ ਔਰ ਉਹ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਨਸੈਂਟੀਵਾਈਜ਼ ਕਰਨਾ ਪੈਣਾ ਔਰ ਉਹਦੀ ਲਿੰਕੇਜਿੰਗ ਜਿਹੜੀ ਹੈ ਇੰਟਰਨੈਸ਼ਨਲ ਲੈਵਲ ਤੇ ਕਰਨੀ ਪੈਣੀ। ਜਿਹੜਾ ਸਿੱਖ ਭਾਈਚਾਰਾ ਹੈ ਉਹਨਾਂ ਨੇ ਤਾਂ ਹਾਂਜੀ
ਜੀ ਭਿੰਦਰ ਸਾਹਿਬ, ਬਿਲਕੁਲ ਜੀ, ਤੁਸੀਂ ਆਰਥਿਕ ਤੌਰ ਤੇ ਗੱਲ ਕਰਦੇ ਹੋ ਕਿ ਪੰਜਾਬ ਦੀ ਕੁਛ ਨਾ ਕੁਛ ਜਿਹੜੇ ਇੱਦਾਂ ਦੇ ਬੈਨੀਫਿਟ ਜਿਹੜੇ ਹੈਗੇ ਆ, ਚਾਹੇ ਵਰਗਾਂ ਦੀ ਗੱਲ ਕਰ ਲਈਏ ਜਾਂ ਓਵਰਆਲ ਆਪਾਂ ਪੰਜਾਬ ਦੀ ਗੱਲ ਕਰ ਲਈਏ, ਜੇ ਆਰਥਿਕ ਇਸ਼ੂਜ਼ ਦੀ ਗੱਲ ਕਰਦੇ ਹਾਂ, ਬੈਨੀਫਿਟ ਦੇਣ ਦੀ ਗੱਲ ਕਰਦੇ ਹਾਂ, ਜਾਂ ਪੰਜਾਬ ਨੂੰ ਜਿਹੜੀ ਖੜੋਤ ਆ ਤੋੜਨ ਦੀ ਗੱਲ ਕਰਦੇ ਹਾਂ, ਬੀਜੇਪੀ ਭਿੰਦਰ ਸਾਹਿਬ ਇਹ ਏਜੰਡਾ ਵੀ ਪੇਸ਼ ਕਰ ਸਕਦੀ ਹੈ ਕਿ ਅਸੀਂ ਵੀ ਹਾਂ ਜਿਹੜੀ ਪੰਜਾਬ ਦੀ ਖੜੋਤ ਤੋੜ ਸਕਦੇ ਹਾਂ, ਕਿਉਂਕਿ ਕਾਂਗਰਸ ਦੇ ਤਾਂ ਆਪਣੇ ਪੱਲੇ ਕੁਝ ਨਹੀਂ, ਇਹੋ ਜਿਹੀ ਗੱਲ ਵੀ ਜਿਹੜੀ ਲੈ ਕੇ ਆ ਸਕਦੀ ਹੈ ਬੀਜੇਪੀ। ਲਿਆ ਸਕਦੇ ਆ, ਉਹ ਲਿਆਉਣਗੇ, ਜਦੋਂ ਆਉਣਗੇ ਉਦੋਂ ਦੇਖਾਂਗੇ। ਉਹ ਤਾਂ ਉਦੋਂ ਆਪਾਂ ਫਿਰ ਤੁਹਾਡੇ ਪ੍ਰੋਗਰਾਮ ਮਾਧਿਅਮ ਦੇ ਥਰੂ ਆਪਾਂ ਫਿਰ ਇਹ ਗੱਲ ਕਰ ਸਕਦੇ ਹਾਂ। ਬਟ ਜਿਸ ਤਰ੍ਹਾਂ ਦੇਖੋ, ਜਿਹੜੀ ਮੈਂ ਪਹਿਲਾਂ ਗੱਲ ਕਰ ਰਿਹਾ ਸੀ, ਜਿਹੜੀ ਕਮਿਊਨਲ ਅਰਥਮੈਟਿਕ ਦੀ ਗੱਲ ਕਰ ਰਿਹਾ, ਉਹਦੇ ਵਿੱਚ ਸਿੱਧੂ ਸਾਹਿਬ ਤੁਸੀਂ ਇਹ ਦੇਖੋ, ਜਿਸ ਤਰ੍ਹਾਂ ਕਸ਼ਮੀਰ ਦੇ ਵਿੱਚ ਹੋਇਆ, ਕਸ਼ਮੀਰ ਦੇ ਵਿੱਚ, ਜੰਮੂ ਦੇ ਵਿੱਚ ਔਰ ਕਸ਼ਮੀਰ ਵੈਲੀ ਦੇ ਵਿੱਚ ਜਿਸ ਤਰ੍ਹਾਂ ਕਮਿਊਨਲ ਅਰਥਮੈਟਿਕ ਨੇ ਕੰਮ ਕੀਤਾ, ਉਸ ਤਰ੍ਹਾਂ ਪੰਜਾਬ ਦੇ ਵਿੱਚ ਇਵਨ ਅੱਤਵਾਦ ਦੇ ਦੌਰਾਨ ਜਾਂ ਜਿਹੜਾ ਕਾਲਾ ਦੌਰ ਸੀ, ਉਸ ਮੂਵਮੈਂਟ ਦੇ ਦੇਣਾ ਕਹਿ ਲਓ, ਜਿਵੇਂ ਮਰਜ਼ੀ ਜਿਹੜਾ ਨਾਂ ਦੇਣਾ ਚਾਹੁੰਦੇ ਹੋ, ਉਹ ਟਾਈਮ ਦੇ ਦੌਰਾਨ ਪੰਜਾਬ ਦੇ ਵਿੱਚ ਜਿਹੜਾ ਕੋਈ ਫਿਰਕੂ ਫਸਾਦ ਨਹੀਂ ਹੋਇਆ, ਜਿਹੜਾ ਫਿਰਕੂ ਲੈਵਲ ਦੇ ਉੱਤੇ ਆਪਸ 'ਚ ਲੋਕਾਂ ਦੇ ਵਿੱਚ ਕੋਈ ਜਿਹੜਾ ਪਾੜ ਨਹੀਂ ਪਿਆ, ਔਰ ਉਹ ਦਿਨ ਖਤਮ ਹੋਣ ਦੇ ਨਾਲ ਜਿਹੜਾ ਭਾਈਚਾਰਾ ਵਾਪਸ, ਜਿਹੜਾ ਪੰਜਾਬੀਅਤ ਦਾ ਮਾਹੌਲ ਆ, ਉਹ ਵਾਪਸ ਉੱਭਰ ਕੇ ਸਾਹਮਣੇ ਆ ਗਿਆ। ਇਸੇ ਤਰ੍ਹਾਂ ਮੈਂ ਕਹਿ ਰਿਹਾ ਸੀ ਕਿ ਜਿਹੜਾ ਸਿੱਖ ਭਾਈਚਾਰਾ, ਉਹਨਾਂ ਨੇ ਆਪਣੇ ਆਪ ਨੂੰ ਜ਼ਿਆਦਾ ਨੇ ਕੈਨੇਡਾ ਦੇ ਵਿੱਚ ਜਾਂ ਵਿਦੇਸ਼ਾਂ ਦੇ ਵਿੱਚ ਸੈਟਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਔਰ ਜਿਹੜੇ ਪੰਜਾਬ ਦੇ ਜਿਹੜੇ ਮੁੱਦੇ ਨੇ, ਉਹ ਸ਼ਾਇਦ ਬਾਕੀ ਦੇ ਦੇਸ਼ ਦੇ ਮੁੱਦਿਆਂ ਦੇ ਨਾਲ ਮੇਲ ਵੀ ਨਹੀਂ ਖਾਂਦੇ। ਪੰਜਾਬ ਦੀ ਜਿਹੜੀ ਐਗਰੀਕਲਚਰ ਇਕਨੋਮੀ ਜੀ ਭਿੰਦਰ ਸਾਹਿਬ ਜੀ, ਮੈਂ ਥੋੜ੍ਹਾ ਜਿਹਾ, ਜਦੋਂ ਤੁਸੀਂ ਵਿਦੇਸ਼ਾਂ 'ਚ ਪੰਜਾਬੀਆਂ ਦੇ ਜਾਣ ਦੀ ਗੱਲ ਕਰਦੇ ਹੋ, ਸਿੱਖ ਭਾਈਚਾਰੇ ਦੀ ਗੱਲ ਕਰਦੇ ਹੋ, ਤਾਂ ਵੱਡੀ ਗਿਣਤੀ ਦੇ 'ਚ ਇੱਕ ਰਿਪੋਰਟ ਵੀ ਹੈ ਕਿ ਤਕਰੀਬਨ 20% ਜਿਹੜੇ ਪੰਜਾਬੀ ਜਾਂ ਸਿੱਖ ਭਾਈਚਾਰਾ ਇਸ ਵੇਲੇ ਵਿਦੇਸ਼ਾਂ ਦੇ 'ਚ ਸੈਟਲਡ ਹੈ। ਉਹਨਾਂ ਦੀ ਆਪਣੀ ਇਕੋਨਮੀ ਹੈ, ਆਪਣੀ ਇੰਡੀਪੈਂਡੈਂਟ ਸੋਚ ਹੈ, ਉਹ ਇਸ ਤਰ੍ਹਾਂ ਨਹੀਂ ਸੋਚਦੇ ਜਿਵੇਂ ਕਈ ਵਾਰੀ ਇੱਧਰ ਬੈਠ ਕੇ ਲੋਕ ਜਿਹੜੇ ਹੈਗੇ ਆ ਸੋਚਦੇ ਹੈ। ਕੀ ਲੱਗਦਾ ਕਿ ਉਹਦਾ ਇੰਪੈਕਟ ਵੀ ਪਏਗਾ, ਕਿਉਂਕਿ ਪੰਜਾਬ ਜਦੋਂ ਇੱਕ ਵੱਖਰਾ ਬਿਹੇਵ ਕਰਦਾ ਹੈ, ਆਪਸ ਵਿੱਚ ਹੁਣ ਵਸੋਂ ਤਾਂ ਇਹ ਤਾਂ ਹੈ ਨਹੀਂ ਕਿ ਅਸੀਂ ਇੱਕ ਦੂਜੇ ਤੋਂ ਅਲੱਗ ਥਲੱਗ ਹੈਗੇ ਹਾਂ, ਜਿਹੜਾ ਬਾਹਰਲਿਆਂ ਦਾ ਪ੍ਰਭਾਵ ਆ ਉਹ ਇੱਧਰਲੇ ਪੰਜਾਬੀ ਵੀ ਕਬੂਲਦੇ ਹੈ, ਇਸ ਕਰਕੇ ਇਦਾਂ ਦਾ ਕੋਈ ਵੀ ਕੱਟੜਵਾਦ ਦਾ ਏਜੰਡਾ ਸ਼ਾਇਦ ਇੱਥੇ ਲਾਗੂ ਨਹੀਂ ਹੋ ਸਕਦਾ। ਨਹੀਂ, ਬਿਲਕੁਲ ਦੇਖੋ, ਤੁਸੀਂ ਆਮ ਆਦਮੀ ਦਾ ਪਾਰਟੀ ਦਾ ਉਭਾਰ ਜਿਹੜਾ ਹੈ, ਜੇ ਅਸੀਂ ਉਹਨੂੰ ਦੇਖਦੇ ਹਾਂ, ਉਹਦੇ ਵਿੱਚ ਜੇ ਉਹਦੀ ਸਟੱਡੀ ਕਰਦੇ ਹਾਂ, ਉਹਦੇ ਵਿੱਚ ਜਿਹੜੇ ਸਾਡੇ NRI ਭਾਈਚਾਰਾ ਹੈ, ਉਹਦਾ ਬਹੁਤ ਵੱਡਾ ਰੋਲ ਹੈ। ਜੇ ਅਗਰ NRI ਦੀ ਸਪੋਰਟ ਨਾ ਹੁੰਦੀ, ਆਮ ਆਦਮੀ ਪਾਰਟੀ ਇੰਨਾ ਉੱਭਰ ਕੇ ਸਾਹਮਣੇ ਇੱਕ ਰਿਕਾਰਡ ਪਰਫਾਰਮੈਂਸ ਨਾ ਦੇ ਸਕਦੀ। ਜੇ ਬੀਜੇਪੀ ਨੇ ਵੀ ਆਪਣੇ ਆਪ ਨੂੰ ਇੱਕ ਇਸ ਲੈਵਲ ਦੇ ਉੱਤੇ ਐਸਟੈਬਲਿਸ਼ ਕਰਨਾ, ਤਾਂ ਫਿਰ ਉਹਨਾਂ ਨੂੰ NRI ਤਬਕੇ ਤੋਂ ਬਿਨਾਂ ਉਹ ਜੇ ਆਪਣੇ ਆਪ ਨੂੰ ਐਸਟੈਬਲਿਸ਼ ਕਰਨਾ ਚਾਹਣਗੇ, ਬਹੁਤ ਮੁਸ਼ਕਿਲ ਹੋਏਗਾ। ਸੋ ਬੀਜੇਪੀ ਵਾਸਤੇ ਆਪਣੇ ਆਪ ਨੂੰ ਜਿਹੜੀਆਂ ਆਉਣ ਵਾਲੀਆਂ ਹੈਗੀਆਂ 2022 ਦੀਆਂ ਜਿਹੜੀਆਂ ਚੋਣਾਂ ਨੇ ਅਸੈਂਬਲੀ ਦੀਆਂ, ਜੇ ਉਹਦੇ ਵਿੱਚ ਆਪਣੇ ਆਪ ਨੂੰ ਉਹ ਮੌਜੂਦਾ ਸਥਿਤੀ ਤੋਂ ਜ਼ਿਆਦਾ ਪਰਫਾਰਮ ਕਰਨ ਦੇ ਵਿੱਚ ਉਹਨਾਂ ਦਾ ਕੋਈ ਵੀ ਅਗਰ ਹੈਗੀ ਆ ਇੱਛਾ ਹੈ ਉਹਦੇ ਵਿੱਚ, ਤਾਂ ਉਹਨਾਂ ਵਾਸਤੇ ਟਾਈਮ ਇਜ਼ ਰਨਿੰਗ ਆਊਟ। ਉਹਨਾਂ ਵਾਸਤੇ ਬਹੁਤ ਸਾਰੇ ਜਿਹੜੇ ਹੈਗੇ ਫਰੰਟਸ ਦੇ ਉੱਤੇ ਕੰਮ ਕਰਨ ਦੀ ਲੋੜ ਹੈ। ਪਹਿਲੀ ਗੱਲ, ਜਿਵੇਂ ਮੈਂ ਪਹਿਲਾਂ ਕਿਹਾ ਸੀ, ਇੱਕ ਸਿੱਖ ਫੇਸ ਲੈ ਕੇ ਆਉਣ, ਸਿੱਖ ਫੇਸ ਪ੍ਰੈਜ਼ੈਂਟ ਕਰਨ ਦੀ ਲੋੜ ਹੈ। ਫਿਰ ਜਿਹੜਾ ਹੈਗਾ, ਜਿਹੜਾ ਹਿੰਦੂਤਵਾ ਜਿਹੜਾ ਮਾਡਲ ਹੈ ਪੰਜਾਬ ਵਾਸਤੇ ਹੋਰ ਤਰ੍ਹਾਂ ਦਾ ਹੋਣਾ ਚਾਹੀਦਾ। ਦੂਸਰਾ ਜਿਹੜਾ ਹੈਗਾ ਸਾਡਾ ਜਿਹੜਾ ਟੋਟਲ ਅਰਥਚਾਰਾ, ਉਹਦੇ ਵਾਸਤੇ ਵੀ ਉਹਨਾਂ ਨੂੰ ਕੋਈ ਸਿਸਟਮ, ਕੋਈ ਪਲਾਨ ਆਊਟ ਕਰਨਾ ਪੈਣਾ। ਔਰ ਪੰਜਾਬ ਦੀ ਜਿਹੜੀ ਸਭ ਤੋਂ ਵੱਡੀ ਜਿਹੜਾ ਪ੍ਰੋਬਲਮ ਹੈ, ਉਹ ਹੈ ਕਿ ਐਗਰੀਕਲਚਰ ਇਕਨੋਮੀ ਦੀ ਜਿਹੜੀ ਖੜੋਤ ਹੈ ਉਹਦੇ ਵਿੱਚ, ਉਹਦੇ ਵਾਸਤੇ ਵੀ ਬੀਜੇਪੀ ਨੂੰ ਜੇ ਅਗਰ ਸੈਂਟਰ ਉਹ ਜਿਹੜੀ ਖੜੋਤ ਹੈ ਉਹ ਤੋੜਨ ਵਾਸਤੇ, ਉਹਦੇ ਵਾਸਤੇ ਵੀ ਬੀਜੇਪੀ, ਕਿਉਂਕਿ ਸੈਂਟਰ 'ਚ ਉਹ ਕਾਬਲ ਸਰਕਾਰ ਹੈ, ਉਹਨਾਂ ਨੂੰ ਇੱਕ ਸਪੈਸ਼ਲ ਜਿਹੜਾ ਹੈਗਾ ਪੈਕੇਜ ਜਾਂ ਕੋਈ ਪਲਾਨ ਪ੍ਰੈਜ਼ੈਂਟ ਕਰਨੀ ਪੈਣੀ, ਲੈ ਕੇ ਆਉਣਾ ਪੈਣਾ ਜੀ। ਓਕੇ, ਥੈਂਕ ਯੂ ਵੈਰੀ ਮਚ। ਪ੍ਰਾਸ਼ੀ, ਜਿੱਦਾਂ ਭੰਦੇਰ ਜੀ ਨੇ ਕਮੈਂਟਸ ਕੀਤੇ ਆ, ਜਿਹਨਾਂ ਮੁੱਦਿਆਂ ਦੀ ਗੱਲ ਕਰਦੇ, ਇੱਕ ਤਾਂ ਕਹਿੰਦੇ ਜਦੋਂ ਆਪਾਂ ਕੌਮੀ ਪੱਧਰ ਤੇ ਬੀਜੇਪੀ ਦੀ ਗੱਲ ਕਰਦੇ ਹਾਂ, ਜਦੋਂ ਆਪਾਂ ਪੰਜਾਬ 'ਚ ਆਉਂਦੇ ਹਾਂ, ਤਾਂ ਏਜੰਡਾ ਬਿਲਕੁਲ ਉਹੀ ਜੋ ਦੇਸ਼ ਵਾਲਾ ਮਾਡਲ ਹੈ, ਪੰਜਾਬ ਨੂੰ ਵੱਖਰੇ ਤੌਰ 'ਤੇ ਦੇਖਣਾ ਪਏਗਾ। ਇਹ ਬਿਲਕੁਲ ਸਹੀ ਹੈ ਕਿ ਪੰਜਾਬ ਜਿੱਡੇ ਵੱਡੇ ਸੰਕਟ ਜੋ ਨਿਕਲ ਰਿਹਾ ਹੈ, ਕਿ ਬੀਜੇਪੀ ਜਿਹੜੀ ਹੈ ਪੰਜਾਬੀਆਂ ਨੂੰ ਭਰੋਸਾ ਦੇ ਸਕੇਗੀ ਕਿ ਜੇ ਅਸੀਂ ਆਉਂਦੇ ਹਾਂ ਤਾਂ ਪੰਜਾਬ ਨੂੰ ਇਸ ਸੰਕਟ 'ਚੋਂ ਬਾਹਰ ਕੱਢਾਂਗੇ, ਕਿਉਂਕਿ ਬਹੁਤ ਹੀ ਵੱਡਾ ਮਾਮਲਾ ਇਹ ਸਾਡੇ NRIs ਦੇ ਲਈ ਵੀ ਹੈ ਤੇ ਜਿਹੜੇ ਇੱਧਰ ਬੈਠੇ ਪੰਜਾਬੀ ਆ ਉਹਨਾਂ ਲਈ ਵੀ ਹੈ। ਜੀ ਪ੍ਰਾਸ਼ੇ ਜੀ। ਵਿਕਾਸ ਜੀ, ਇਹ ਗੱਲ ਬਿਲਕੁਲ ਠੀਕ ਹੈ, ਜਿਸ ਤਰ੍ਹਾਂ ਭੰਦੇਰ ਜੀ ਨੇ ਕਿਹਾ ਹੋਇਆ ਹੈ ਕਿ ਜਿਹੜਾ ਇਹ ਭਾਜਪਾ ਦਾ ਜਿਹੜਾ ਹਿੰਦੂਤਵ ਦਾ ਏਜੰਡਾ ਹੈ, ਉਹ ਪੰਜਾਬ 'ਚ ਨਹੀਂ ਚੱਲ ਸਕਦਾ। ਲੇਕਿਨ ਅਗਰ ਆਪਾਂ ਦੇਖੀਏ ਧਿਆਨ ਨਾਲ ਕਿ ਜਿਹੜਾ ਭਾਜਪਾ ਹੈ ਨਾ, ਉਹ ਦੋ ਪਹਿਲੂਆਂ 'ਤੇ ਕੰਮ ਕਰਦਾ ਹੈ। ਇੱਕ ਹਿੰਦੂਤਵ ਹੈ, ਔਰ ਦੂਜਾ ਹੈਗਾ ਨੈਸ਼ਨਲਿਜ਼ਮ।
ਉਹ ਪੰਜਾਬ ਦੇ ਵਿੱਚ ਜਿਸ ਤੱਕ ਮੇਰਾ ਖਿਆਲ ਹੈ ਉਹ ਪੰਜਾਬ ਦੇ ਵਿੱਚ ਨੈਸ਼ਨਲਿਜ਼ਮ ਨੂੰ ਜ਼ਿਆਦਾ ਇੰਪ੍ਰੈਸ ਕਰਨਗੇ। ਔਰ ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬੀ ਜਿਹੜਾ ਹੈ ਐਵਰੇਜ ਪੰਜਾਬੀ ਹੈ, ਚਾਹੇ ਉਹ ਹਿੰਦੂ ਹੈ, ਸਿੱਖ ਹੈ, ਈਸਾਈ ਹੈ, ਕੋਈ ਹੈ, ਉਹ ਪਹਿਲੇ ਜਿਹੜਾ ਹੈ ਉਹ ਪੈਟਰੀਓਟਿਕ ਹੈ। ਇਹ ਪੰਜਾਬ ਦਾ ਜਿਹੜਾ ਇੱਕ ਸਰਹੱਦੀ ਸੂਬਾ ਹੈ ਔਰ ਜੋ ਪਾਕਿਸਤਾਨ ਇੱਥੇ ਜਿਸ ਤਰ੍ਹਾਂ ਦੀ ਸ਼ਰਾਰਤ ਕਰਨ ਦੀ ਕੋਸ਼ਿਸ਼ ਕਰਦਾ ਹੈ ਆਪਾਂ ਉਹਨੂੰ ਫੇਸ ਕਰਦੇ ਨੇ, ਹਰ ਪੰਜਾਬੀ ਨੇ ਫੇਸ ਕੀਤੀ ਹੈ, ਚਾਹੇ ਅਤਵਾਦ ਦੇ ਜ਼ਰੀਏ ਕੀਤੀ ਜਾਏ, ਚਾਹੇ ਉਹ ਹੈ ਜਿਹੜਾ ਡਰੱਗ ਮਾਫੀਆ ਉਹਨਾਂ ਦੇ ਸਮਗਲਿੰਗ ਦੇ ਉਹਦੇ ਕਰਕੇ ਹੁੰਦੀ ਹੋਵੇ ਜਾਂ ਹੋਰ ਕਿਸ ਤਰ੍ਹਾਂ। ਇੱਥੇ ਪੰਜਾਬ ਦੇ ਵਿੱਚ ਮੇਰਾ ਅੰਦਾਜ਼ਾ ਹੈ ਕਿ ਭਾਜਪਾ ਇੱਥੇ ਨੈਸ਼ਨਲਿਜ਼ਮ ਤੇ ਜ਼ਿਆਦਾ ਦੋਏਗਾ, ਪੈਟਰੀਓਟਿਜ਼ਮ ਤੇ ਜ਼ਿਆਦਾ ਜ਼ੋਰ ਲਾਏਗਾ, ਬਜਾਏ ਇਹਦੇ ਕਿ ਬਾਕੀ ਏਜੰਡੇ। ਜਿਹੜੇ ਲੋਕ ਜੋ ਹੈਗੇ ਹੈ ਉਹ ਹਿੰਦੂਤਵ ਤੋਂ ਇੰਪ੍ਰੈਸ ਹੁੰਦੇ ਹੈ, ਜਿਹੜੇ ਕਿ ਹਿੰਦੂ ਪਾਪੂਲੇਸ਼ਨ ਸ਼ਹਿਰੀ ਹੈ, ਅਗਰ ਉਹ ਉਸ ਨੈਸ਼ਨਲਿਜ਼ਮ ਦਾ ਤਾਂ ਹੈਗਾ। ਤੀਜੀ ਗੱਲ ਇਹ ਹੈ ਕਿ ਪੰਜਾਬ ਦੇ ਜਿਹੜਾ ਚਾਹੇ ਉਹ ਐਗਰੀਕਲਚਰ ਦਾ ਮੁੱਦਾ ਹੈ, ਚਾਹੇ ਫਾਈਨੈਂਸ਼ੀਅਲ ਕ੍ਰਾਈਸਿਸ ਹੈ, ਚਾਹੇ ਹੋਰ ਹੈ, ਉਹਦੇ 'ਤੇ ਅਗਰ ਸੈਂਟਰ ਮਦਦ ਦਿੰਦਾ ਹੈ ਜਿਹੜੀ ਕਿ ਉਹਨੂੰ ਦੇਣੀ ਚਾਹੀਦੀ ਹੈ, ਉਹ ਐਡੀਸ਼ਨਲ ਬੋਨਸ ਹੋਏਗਾ। ਤਾਂ ਇਹ ਦੋ ਆਧਾਰ ਲੈ ਕੇ ਉਸ 'ਤੇ ਚੱਲਣਗੇ ਔਰ ਮੇਰਾ ਖਿਆਲ ਉਹਨੂੰ ਅੱਛੀ ਰਿਸਪੌਂਸ ਮਿਲ ਸਕਦੀ ਹੈ, ਕਿਉਂਕਿ ਮੁਕਾਬਲੇ ਵਿੱਚ ਕਾਂਗਰਸ ਪਾਰਟੀ ਜਿਹੜੀ ਪੰਜਾਬ ਦੇ ਵਿੱਚ ਡਿਕਲਾਈਨ ਹੈ ਉਹ ਹੈਗੀ ਹੈ, ਦੂਜੇ ਪਾਸੇ ਆਮ ਆਦਮੀ ਪਾਰਟੀ ਜਿਹੜੀ ਆਪ ਫਿਰ ਡਿਕਲਾਈਨ ਦੇ ਵਿੱਚ ਉਹ ਹੈਗੀ ਹੈ, ਔਰ ਤੀਜੇ ਪਾਸੇ ਜਿਹੜੀ ਇਹ ਸ਼੍ਰੋਮਣੀ ਅਕਾਲੀ ਦਲ ਦਾ ਉਹਦੀ ਆਪਣੀ ਵੀ ਗਰੀਬ ਦੀ ਬੋਲੀ ਮਾੜੀ ਹਾਲਤ ਹੈ। ਤਾਂ ਇਸ ਵੇਲੇ ਅਗਰ ਪੰਜਾਬ ਦੇ ਵਿੱਚ ਕੋਈ ਅਸੈਂਡੈਂਸੀ ਹੈਗੀ ਹੈ ਪਾਰਟੀ ਦੇ ਵਿੱਚ ਤਾਂ ਉਹ ਭਾਜਪਾ ਦੀ ਹੈ। ਔਰ ਅਗਰ ਇਹ ਮਿਲ ਜੁਲ ਕੇ ਕੋਈ ਅੱਛਾ ਏਜੰਡਾ ਲੈ ਕੇ ਆਉਣ ਜਿਹਦੇ ਵਿੱਚ ਸੈਂਟਰਲ ਲੀਡਰਸ਼ਿਪ ਪੂਰੀ ਇਨਵੋਲਵ ਹੋਵੇ ਤਾਂ ਪੰਜਾਬ ਦੇ ਵਿੱਚ ਅੱਛੀ ਪਰਫਾਰਮੈਂਸ ਦੇ ਸਕਦੇ ਹੈ। ਜੀ ਪੰਡਿਤ ਜੀ, ਸਪੈਸੀਫਿਕ ਇਸ ਮੁੱਦੇ ਦੇ ਉੱਤੇ ਜਿੱਦਾਂ ਪ੍ਰਾਸ਼ੀ ਜੀ ਨੇ ਕਿਹਾ ਹੈ ਕਿ ਜੋ ਇਸ ਵੇਲੇ ਆਪ ਦੀ ਗੱਲ ਕਰਦੇ ਹਾਂ ਆਪਾਂ, ਸੁਖਬੀਰ ਬਾਦਲ ਦੀ ਅਗਵਾਈ ਵਾਲਾ ਅਕਾਲੀ ਦਲ ਤੇ ਕੈਪਟਨ ਅਮਰਿੰਦਰ ਜੀ ਜਿਸ ਤਰ੍ਹਾਂ ਦੀ ਇਸ ਵੇਲੇ ਆਪਸ ਵਿੱਚ ਹੋੜ ਲੱਗੀ ਵੀ ਹੈ, ਤਲਵਾਰਾਂ ਇੱਕ ਦੂਜੇ ਦੇ ਖਿਲਾਫ ਖਿੱਚੀ ਬੈਠੇ ਹੈ, ਇਹੋ ਜਿਹੀਆਂ ਪ੍ਰਸਥਿਤੀਆਂ ਦੇ ਵਿੱਚ ਭਾਜਪਾ ਜਿਹੜੀ ਹੈਗੀ ਆ ਉਹਦਾ ਬੈਨੀਫਿਟ ਜਿਹੜਾ ਹੈਗਾ ਇਸ ਗੱਲ ਦਾ ਲੈ ਸਕਦੀ ਹੈ ਜਿੱਦਾਂ ਦੀ ਟੁੱਟ ਭੱਜ ਬੀਜੇਪੀ ਦੇ ਮੁਕਾਬਲੇ ਦੂਜੀਆਂ ਧਿਰਾਂ 'ਚ ਇਸ ਵੇਲੇ ਬਣੀ ਵੀ ਹੈ। ਤੇ ਕੋਸ਼ਿਸ਼ ਤਾਂ ਕਰਨਗੇ। ਦੇਖੋ ਨੈਸ਼ਨਲਿਜ਼ਮ ਦੇ ਵਿੱਚ ਜਿਹੜਾ ਨੈਸ਼ਨਲਿਜ਼ਮ ਦਾ ਏਜੰਡਾ ਜਿਹੜਾ ਬੀਜੇਪੀ ਦਾ, ਉਹਦੇ ਵਿੱਚ ਕੰਪੀਟੀਸ਼ਨ ਬੀਜੇਪੀ ਨੂੰ ਕੈਪਟਨ ਅਮਰਿੰਦਰ ਸਿੰਘ ਨਾਲ ਕਰਨਾ ਪੈਣਾ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਬੀਜੇਪੀ ਦਾ ਬੜਾ ਨੈਸ਼ਨਲਿਜ਼ਮ ਵਾਲਾ ਏਜੰਡਾ ਚੱਲਣ ਨਹੀਂ ਦਿੱਤਾ। ਉਹਨਾਂ ਨੇ ਨੈਸ਼ਨਲਿਜ਼ਮ ਏਜੰਡਾ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਕੋਲੋਂ ਪੰਥਕ ਏਜੰਡਾ ਜਿਹੜਾ ਹੈਗਾ ਉਹਨੂੰ ਹਾਈਜੈਕ ਕੀਤਾ, ਉਸ ਤਰ੍ਹਾਂ ਕਾਫੀ ਜਿਹੜਾ ਹੱਦ ਤੱਕ ਜਿਹੜਾ ਨੈਸ਼ਨਲਿਜ਼ਮ ਦਾ ਏਜੰਡਾ ਵੀ ਜਿਹੜਾ ਹੈ ਉਹਦੇ ਉੱਤੇ ਪੂਰਾ ਜਿਹੜੀ ਬੀਜੇਪੀ ਦੀ ਲੀਡਰਸ਼ਿਪ ਆ ਉਹਨੂੰ ਕੰਪੀਟੀਸ਼ਨ ਕੈਪਟਨ ਅਮਰਿੰਦਰ ਸਿੰਘ ਦਿੰਦੇ ਆ। ਪਰ ਜਿਸ ਤਰ੍ਹਾਂ ਪ੍ਰਾਸ਼ਰ ਸਾਹਿਬ ਨੇ ਕਿਹਾ ਕਿ ਜਿਹੜੀ ਗਵਰਨਮੈਂਟ ਦੀ ਪਰਫਾਰਮੈਂਸ ਨਜ਼ਰ ਨਹੀਂ ਆਉਂਦੀ, ਉਹਦੇ ਕਾਰਨ ਲੋਕਾਂ ਦੇ ਵਿੱਚ ਇੱਕ ਬਹੁਤ ਵੱਡੀ ਨਿਰਾਸ਼ਤਾ ਬਹੁਤ ਜ਼ਿਆਦਾ ਵਾ। ਪਰ ਹੁਣ ਜਿਸ ਤਰ੍ਹਾਂ ਉਹ ਸਾਹਮਣੇ ਆਉਂਦੀ ਹੈ, ਬਟ ਉਹਦੇ ਸਿੱਖ ਜਿਹੜਾ ਭਾਈਚਾਰਾ ਜੇ ਅਗਰ ਉਹਨਾਂ ਦਾ ਬਰਗਾੜੀ ਮੋਰਚੇ ਦਾ ਜਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਇਸ਼ੂਜ਼ ਦੇ ਵਿੱਚ ਕੋਈ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਜਾਂ ਮਹੀਨਿਆਂ ਦੇ ਵਿੱਚ ਜਿਹੜੀ ਗੱਲ ਕਰਦੇ ਆ ਜਿਹੜੀ ਐਕਸਪੈਕਟਡ ਹੈ ਕੋਈ ਬ੍ਰੇਕ ਥਰੂ ਆਉਂਦਾ ਵਾ ਜਾਂ ਕੋਈ ਸਰਕਾਰ ਉਹਦੇ ਵਿੱਚ ਕੋਈ ਲੈਂਡਮਾਰਕ ਡਿਸੀਜਨ ਕਰਵਾਉਣ 'ਚ ਸਫਲ ਹੁੰਦੀ ਹੈ ਤਾਂ ਜਿਹੜਾ ਕਾਂਗਰਸ ਦਾ ਗ੍ਰਾਫ ਜਿਹੜਾ ਕਾਫੀ ਥੱਲੇ ਗਿਆ ਹੈ, ਕਿਉਂਕਿ ਇਮੋਸ਼ਨਲ ਲੈਵਲ ਦੇ ਇਸ਼ੂਜ਼ ਨੇ, ਉਹ ਇਮੋਸ਼ਨਲ ਇਸ਼ੂਜ਼ ਜਿਹੜੇ ਹੁੰਦੇ ਨੇ ਹਮੇਸ਼ਾ ਜਿਹੜੇ ਡਿਵੈਲਪਮੈਂਟ ਇਸ਼ੂਜ਼ ਦੇ ਉੱਤੇ ਹਾਵੀ ਹੁੰਦੇ ਆ। ਆਪਾਂ ਪਹਿਲਾਂ ਵੀ ਦੇਖ ਚੁੱਕੇ ਆ ਪੰਜਾਬ ਦੇ ਵਿੱਚ। ਜੇ ਉਹ ਜਿਹੀ ਗੱਲ ਆਉਂਦੀ ਆ ਬਰਗਾੜੀ ਦੇ ਮੋਰਚੇ ਦੇ, ਜਿਹੜਾ ਬਰਗਾੜੀ ਦੇ ਇੰਸੀਡੈਂਟ ਹੋਏ ਨੇ ਜਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿੰਨੀ ਕੁ ਹੋਈ ਹੈ ਪਿਛਲੇ ਸਮੇਂ ਦੇ ਵਿੱਚ, ਉਸ ਮੁੱਦੇ ਦੇ ਉੱਤੇ ਕੋਈ ਬ੍ਰੇਕ ਥਰੂ ਕਾਂਗਰਸ ਲੈ ਕੇ ਆ ਸਕਦੀ ਹੈ। ਔਰ ਉਹ ਕਾਂਗਰਸ ਵਾਸਤੇ ਇੱਕ ਜਿਹਨੂੰ ਕਹਿੰਦੇ ਇੱਕ ਬੂਸਟਰ ਦੀ ਤਰ੍ਹਾਂ ਕੰਮ ਕਰੇਗਾ। ਔਰ ਬੀਜੇਪੀ ਹਾਲੇ ਤੱਕ ਉਸ ਇਸ਼ੂ ਦੇ ਉੱਤੇ ਬੀਜੇਪੀ ਦਾ ਕੋਈ ਸਟੈਂਡ ਸਪਸ਼ਟ ਨਹੀਂ ਹੈ। ਉਹਨਾਂ ਨੇ ਇਸ ਮੁੱਦੇ ਦੇ ਉੱਤੇ ਅਕਾਲੀ ਦਲ ਦੇ ਉੱਤੇ ਛੱਡਿਆ ਸੀ। ਉਹ ਫਿਰ ਉਹੀ ਗੱਲ ਹੈਗੀ ਹੈ, ਸਿੱਖ ਭਾਈਚਾਰੇ ਦੇ ਵਿੱਚ ਅਪੀਲ ਜਿਹੜੀ ਹੈ, ਕਿਉਂਕਿ ਫਿਰ ਵੀ ਡੋਮੀਨੈਂਟ ਜਿਹੜਾ ਭਾਈਚਾਰਾ ਉਹ ਸਿੱਖਾਂ ਦਾ ਵਾ, ਉਹਦੇ ਵਿੱਚ ਹਾਲੇ ਬੀਜੇਪੀ ਆਪਣੀ ਜਿਹੜੀ ਹੈ ਬੇਸ਼ੱਕ ਉਹ ਮੈਂ ਪਹਿਲਾਂ ਗੱਲ ਕਰਦਾ ਸੀ ਨਵਜੋਤ ਸਿੱਧੂ ਦੇ ਜਾਣ ਦੇ ਨਾਲ ਉਹਨਾਂ ਨੂੰ ਸਾਖ ਉਹ ਬਣੀ ਨਹੀਂ ਹੈ ਹਾਲੇ। ਔਰ ਹਿੰਦੂ ਭਾਈਚਾਰੇ ਦੇ ਉੱਤੇ ਅਗੇਨ ਜਿਹੜੀ ਕਾਂਗਰਸ ਦਾ ਪੂਰੇ ਦਾ ਪੂਰਾ ਉਹਦੇ ਵਿੱਚ ਡਿਵੀਜ਼ਨ ਪੂਰੀ ਹੁੰਦੀ ਹੈ। ਸੋ ਗੱਲ ਤਾਂ ਇਹ ਹੈ ਕਿ ਆਖਰੀ ਸਵਾਲ ਜਿੱਦਾਂ ਤੁਸੀਂ ਖੁਦ ਵੀ ਕਮੈਂਟਸ ਕਰ ਰਹੇ ਹੋ, ਜੇ ਸਿੱਖ ਚਿਹਰੇ ਦੀ ਗੱਲ ਕਰਦੇ ਹਾਂ ਜਿੱਦਾਂ ਚਰਚਾ 'ਚ ਵੀ ਹੈ, ਜਿੱਦਾਂ ਆਪਾਂ ਸ਼ੁਰੂ 'ਚ ਵੀ ਕਿਹਾ ਕਿ ਨਵਜੋਤ ਸਿੱਧੂ ਉਹਨਾਂ ਦੀ ਮੈਡਮ ਨੇ ਜਿਸ ਤਰੀਕੇ ਨਾਲ
ਭਾਰਤੀ ਜਨਤਾ ਪਾਰਟੀ ਜਿਹੜਾ ਹੈਗਾ ਬਿਆਨ ਦੇ ਕੇ ਇੱਕ ਸੌਫਟ ਜਿਹੜਾ ਅਪਰੋਚ ਦਿਖਾਈ ਹੈਗੀ ਹੈ। ਜੇ ਨਵਜੋਤ ਸਿੱਧੂ ਨੂੰ ਭਾਰਤੀ ਜਨਤਾ ਪਾਰਟੀ ਜਿਸ ਤਰੀਕੇ ਨਾਲ ਨਜ਼ਰ ਆ ਰਿਹਾ ਜਾਂ ਅੱਗੇ ਲੈ ਕੇ ਆਉਂਦੀ ਹੈ, ਫਿਰ ਇੱਕ ਪੰਜਾਬੀ ਚਿਹਰਾ ਤਾਂ ਜਿਹੜਾ ਹੈਗਾ ਅੱਗੇ ਨਜ਼ਰ ਆਏਗਾ ਹੀ ਨਾ ਸਾਰਿਆਂ ਨੂੰ। ਸਿੱਧੂ ਸਾਹਿਬ, ਮੈਂ ਤੁਹਾਡੇ ਚੈਨਲ ਦੇ ਰਾਹੀਂ ਹੀ ਇਹਦਾ ਆਪਾਂ ਟੈਸਟ ਕਰ ਲੈਂਦੇ ਆ। ਜਿਹੜੇ ਸਾਡੇ ਦਰਸ਼ਕ ਨੇ ਉਹੀ ਇਹਦਾ ਆਈ ਥਿੰਕ ਆਪਾਂ ਇਹਦੇ 'ਚ ਬਹਿਸ ਘੱਟ ਕਰੀਏ। ਆਪਣੇ ਦਰਸ਼ਕਾਂ ਨੂੰ ਹੀ ਜੇ ਸਵਾਲ ਇਹ ਕਰ ਦਈਏ ਕਿ ਜੀ ਜੇ ਨਵਜੋਤ ਸਿੱਧੂ ਵਾਪਸ ਬੀਜੇਪੀ ਚਲੇ ਜਾਂਦੇ ਨੇ ਤੇ ਨਵਜੋਤ ਸਿੱਧੂ ਦੀ ਜਿਹੜੀ ਲੋਕਪ੍ਰਿਯਤਾ ਜਿਹੜੀ ਹੈਗੀ ਆ ਜਾਂ ਲੋਕਾਂ 'ਚ ਜਿਹੜੀ ਉਹਨਾਂ ਦੀ ਐਕਸੈਪਟੈਂਸ ਆ ਉਹਦੇ ਉੱਤੇ ਕਿੰਨਾ ਕੁ ਅਸਰ ਹੋਊਗਾ। ਬਈ ਤੁਸੀਂ ਪਾਰਟੀ ਛੱਡ ਕੇ ਆਏ ਫਿਰ ਵਾਪਸ ਉੱਥੇ ਚਲੇ ਗਏ, ਉਹਦੇ 'ਚ ਨਵਜੋਤ ਸਿੱਧੂ ਕੀ ਉਹਦੇ ਵਿੱਚ ਵਾਕਈ ਇਫੈਕਟਿਵ ਲੀਡਰ ਸਾਬਤ ਹੋ ਸਕਣਗੇ? ਉਹ ਬਹੁਤ ਵੱਡੀ ਇੱਕ ਸਵਾਲ ਹੋਏਗਾ ਜਿਹੜਾ ਸਾਡੇ ਆਈ ਥਿੰਕ ਦਰਸ਼ਕਾਂ ਨੂੰ ਹੀ ਆਈ ਥਿੰਕ ਡਿਬੇਟ ਦੇ ਵਿੱਚ ਜਿਹੜੇ ਕਮੈਂਟਸ ਦੇ ਵਿੱਚ ਹੁੰਦੇ ਆ ਉਹ ਆਪਣੀ ਬਾਕੀ ਦੀ ਇਹਨੂੰ ਇੱਕ ਸਾਰਥਕ ਤੌਰ ਤੇ ਇਹਦਾ ਜਵਾਬ ਦੇਣ ਤਾਂ ਸਾਡੇ ਵਾਸਤੇ ਆਈ ਥਿੰਕ ਉਹਨਾਂ ਦੀ ਇਨਵੋਲਵਮੈਂਟ ਵੀ ਹੋਏਗੀ। ਪੰਦੇਰ ਸਾਹਿਬ, ਜਿੱਦਾਂ ਤੁਸੀਂ ਭਾਰਤੀ ਜਨਤਾ ਪਾਰਟੀ ਦਾ ਜ਼ਿਕਰ ਕੀਤਾ ਹੈ, ਜੇ ਨਵਜੋਤ ਸਿੱਧੂ ਆਪਣੇ ਤੌਰ ਤੇ ਜ਼ਾਦਾਨਾ ਤੌਰ ਤੇ ਭਾਰਤੀ ਜਨਤਾ ਪਾਰਟੀ ਵੱਲ ਵੀ ਨਹੀਂ ਜਾਂਦੇ, ਪੰਜਾਬੀਆਂ ਦੇ ਹਿਤੈਸ਼ੀਆਂ ਦੇ ਤੌਰ ਤੇ ਵੱਖਰਾ ਪਲੇਟਫਾਰਮ ਖੜਾ ਕਰਦੇ ਆ, ਫਿਰ ਤੁਹਾਨੂੰ ਲੱਗਦਾ ਹੈ ਕਿ ਪੰਜਾਬੀ ਹੰਗਾਰਾ ਭਰਨਗੇ ਨਵਜੋਤ ਸਿੱਧੂ ਨੂੰ? ਆਈ ਥਿੰਕ ਫਿਰ ਉਹਨਾਂ ਦਾ ਕਾਫੀ ਪਰ ਜੇ ਨਵਜੋਤ ਸਿੱਧੂ ਨੂੰ ਅਗਰ ਕਾਂਗਰਸ ਨੇ ਹੀ ਪ੍ਰੋਜੈਕਟ ਕਰ ਦਿੱਤਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਬਦਲ, ਕਿਉਂਕਿ ਕਾਂਗਰਸ ਦੇ ਵਿੱਚ ਵੀ ਜਿਹੜੀ ਜਿਸ ਤਰ੍ਹਾਂ ਤੁਸੀਂ ਸ਼ੁਰੂ ਦੇ ਵਿੱਚ ਗੱਲ ਕੀਤੀ ਆ ਉਥਲਮ ਪਥਲਮ ਬਹੁਤ ਜ਼ਿਆਦਾ ਹੋ ਰਹੀ ਆ, ਸਕਸੈਸ਼ਨ ਪੋਲਿਟਿਕਸ ਚੱਲ ਰਹੀ ਆ ਔਰ ਪਾਰਟੀ ਹਾਈ ਕਮਾਂਡ ਕੋਈ ਫੈਸਲਾ ਲੈ ਸਕਦੀ ਹੈ। ਅਗਰ ਆਜ਼ਾਦਾਨਾ ਤੌਰ ਤੇ ਨਾ ਸਹੀ ਤੇ ਕਾਂਗਰਸ ਨੇ ਹੀ ਨਵਜੋਤ ਸਿੱਧੂ ਨੂੰ ਖੜਿਆ ਕਰਤਾ ਤਾਂ ਸੰਭਾਵਨਾਵਾਂ ਬਹੁਤ ਨੇ। ਜੇ ਨਵਜੋਤ ਸਿੱਧੂ ਅਲੱਗ ਖੜੇ ਹੁੰਦੇ, ਨਵਜੋਤ ਸਿੱਧੂ ਵਾਸਤੇ ਇੱਕ ਵੱਡੀ ਚੁਣੌਤੀ ਇਹ ਹੋਏਗੀ ਕਿ 100 ਚਲੋ ਉਹ ਖੁਦ ਇੱਕ ਸੀਟ ਤੇ ਖੜੇ ਹੋ ਗਏ, ਦੂਸਰੀ ਸੀਟ ਤੇ ਪ੍ਰਗਟ ਸਿੰਘ ਖੜੇ ਹੋ ਗਏ, ਇੱਕ ਦੋ ਬੈਂਸ ਭਰਾਵਾਂ ਦੇ ਨਾਲ ਕੋਈ ਸਮਝੌਤਾ ਹੋ ਸਕਦਾ ਜਾਂ ਖਹਿਰਾ ਸਾਹਿਬ ਨਾਲ, ਇੰਜ ਕਰਕੇ ਆਪਾਂ 20-25 ਸੀਟਾਂ ਦਾ ਗਿਣ ਸਕਦੇ ਹਾਂ। ਪਰ 117 ਸੀਟਾਂ ਦੇ ਉੱਤੇ ਹੁਣ ਜੇ ਜਾਂ ਤਾਂ ਉਹ ਹੁਣ ਅਲੱਗ ਹੋਣ ਤੇ ਆਪਣੀ ਟੀਮ ਬਣਾਉਣ, ਤੇ ਇੱਕਦਮ ਇਲੈਕਸ਼ਨ ਤੋਂ ਪਹਿਲਾਂ ਅਸੀਂ ਪਹਿਲਾਂ ਵੀ ਦੇਖ ਚੁੱਕੇ ਹਾਂ ਕਿ ਮਨਪ੍ਰੀਤ ਬਾਦਲ ਵੀ ਦੇਖ ਚੁੱਕੇ ਹਾਂ, ਸਰਦਾਰ ਗੁਰਚਰਨ ਸਿੰਘ ਤੋੜਾ ਉਹਨਾਂ ਨੇ ਵੀ ਦੇਖ ਚੁੱਕੇ ਆ ਕਿ ਜੇ ਇਲੈਕਸ਼ਨ ਤੋਂ ਇੱਕਦਮ ਪਹਿਲਾਂ ਹੀ ਤੁਸੀਂ ਆਪਣੀ ਟੀਮ ਅਨਾਉਂਸ ਕਰਦੇ ਹੋ ਫਿਰ ਤੁਹਾਨੂੰ ਬੜੀ ਸਕਸੈਸ ਨਹੀਂ ਮਿਲਦੀ। ਓਕੇ, ਥੈਂਕ ਯੂ ਵੈਰੀ ਮਚ। ਪ੍ਰਾਸ਼ਾ ਜੀ, ਸੇਮ ਸਵਾਲ ਤੁਹਾਡੇ ਤੋਂ, ਜਿੱਦਾਂ ਪੰਦੇਰ ਸਾਹਿਬ ਨੇ ਕਿਹਾ ਨਵਜੋਤ ਸਿੱਧੂ ਆਪਣੇ ਤੌਰ ਤੇ ਕੋਈ ਫੈਸਲਾ ਲੈਂਦੇ ਆ ਵਾਜਬ ਰਹੇਗਾ, ਜਾਂ ਤੁਹਾਨੂੰ ਲੱਗਦਾ ਕਿ ਕਾਂਗਰਸ 'ਚ ਰਹਿ ਕੇ ਵੀ ਉਹ ਅਗਵਾਈ ਕਰਨ ਦੇ ਚਾਂਸਸ ਬਣੇ ਹੋਏ ਆ? ਜੇ ਦੇਖੋ ਜੀ, ਅਗਰ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਵਿੱਚ ਰਹਿ ਕੇ ਆਪਣੀ ਜਗ੍ਹਾ ਬਣਾ ਕੇ ਕਰਦੇ ਆ, ਇਹ ਉਹਨਾਂ ਲਈ ਬੈਸਟ ਆਪਸ਼ਨ ਹੈ। ਅਗਰ ਉਹ ਭਾਜਪਾ ਵੱਲ ਜਾਂਦੇ ਆ ਤਾਂ ਸਾਰੇ ਜਿਹੜੀ ਉਹਨਾਂ ਦਾ ਪ੍ਰੈਸਟੀਜ ਹੈ ਨਾ ਉਹ ਮਿੱਟੀ ਪਲੀਤ ਹੋ ਜਾਣੀ ਹੈ, ਔਰ ਲੋਕਾਂ 'ਚ ਇਹ ਪ੍ਰਭਾਵ ਜਾਣਾ ਕਿ ਐ ਤਾਂ ਜੀ ਬੇਬੰਦ ਦੇ ਲੋਟੇ ਹੈਗੇ, ਕਦੀ ਇੱਧਰ ਕਦੀ ਉੱਧਰ। ਬੜਾ ਲੈਬ ਹੈ ਜਿਹੜੀ ਆਪਸ਼ਨ ਕਿ ਜੀ ਆਪਣੀ ਪਾਰਟੀ ਖੁਦ ਬਣਾਓ ਔਰ ਫਿਰ ਇਲੈਕਸ਼ਨ ਲੜੋ। ਅੱਜ ਤੋਂ 4-5 ਸਾਲ ਪਹਿਲੇ ਕੀਤਾ ਸੀ ਔਰ ਉਹ ਟੇਕ ਆਫ ਨਹੀਂ ਕੀਤਾ ਵਿਦ ਦੀ ਰਿਜ਼ਲਟ ਕਿ ਹੀ ਹੈਡ ਟੂ ਗੋ ਟੂ ਦੀ ਕਾਂਗਰਸ ਪਾਰਟੀ। ਉਹਨਾਂ ਨੇ ਆਪ ਨਾਲ ਵੀ ਹੌਸਲੇ ਗਿਟਪਿਟ ਕੀਤੇ, ਬਾਕੀ ਕੰਮ ਵੀ ਸ਼ੁਰੂ ਕੀਤੇ, ਲੇਕਿਨ ਉਹ ਕੰਮ ਬਣਿਆ ਨਹੀਂ। ਔਰ ਇਕੱਲਾ ਬੰਦਾ ਜਿਹੜਾ ਉਹ ਕੁਝ ਨਹੀਂ ਕਰ ਸਕਦਾ, ਉਹਦੇ ਲਈ ਟੀਮ ਵੀ ਚਾਹੀਦੀ ਹੈ, ਉਹਦੇ ਲਈ ਵਰਕ ਵੀ ਚਾਹੀਦਾ, ਆਪਣਾ ਪੂਰਾ ਰਿਕਾਰਡ ਵੀ ਚਾਹੀਦਾ। ਸਿਰਫ ਹੈ ਕਿ ਮੈਂ ਬੜਾ ਅੱਛਾ ਬੋਲਦਾ ਔਰ ਮੇਰੀ ਇਮੇਜ ਸਾਫ਼ ਹੈ, ਦੈਟ ਇਜ਼ ਨਾਟ ਇਨਫ, ਯੂ ਨੀਡ ਟੂ ਹੈਵ ਇਨਫਰਾਸਟਰਕਚਰ। ਉਹ ਕਿੱਥੇ ਆਏਗਾ? ਸੋ ਮੇਰਾ ਖਿਆਲ ਬੈਸਟ ਆਪਸ਼ਨ ਹੈ ਕਿ ਹੁਣ ਪ੍ਰਿਯੰਕਾ ਗਾਂਧੀ ਤੇ ਰਾਹੁਲ ਗਾਂਧੀ ਕਾਂਗਰਸ ਦੇ ਵਿੱਚ ਐਕਟਿਵ ਹੋ ਗਏ ਆ, ਉਹਨਾਂ 'ਤੇ ਇੰਟਰਵੀਨ ਕਰਕੇ ਕਾਂਗਰਸ ਦੇ ਵਿੱਚ ਹੀ ਆਪਣੀ ਕੋਈ ਰਿਸਪੈਕਟੇਬਲ ਜਗ੍ਹਾ ਬਣਾਉਣ ਔਰ ਫਿਰ ਇਸ ਤੋਂ ਬਾਅਦ ਅੱਗੇ ਚੱਲਣ। ਉਹੀ ਬੈਸਟ ਆਪਸ਼ਨ ਉਹਨਾਂ ਲਈ ਹੈਗਾ। ਸੋ ਪ੍ਰੈਸ ਜੀ, ਇਹੀ ਲੱਗਦਾ ਕਿ ਪੰਜਾਬ 'ਚ ਲੱਗ ਰਿਹਾ ਕਿ ਕਾਂਗਰਸ ਦੀ ਬੇੜੀ ਡੁੱਬ ਰਹੀ ਹੈ ਤਾਂ ਉਹ ਡੁੱਬਦੀ ਬੇੜੀ ਨੂੰ ਨਵਜੋਤ ਸਿੱਧੂ ਹੀ ਬਚਾ ਸਕਦਾ ਹੈ। ਸਹਿਮਤ ਹੋ ਇਸ ਗੱਲ ਨਾਲ? ਬਿਲਕੁਲ ਬਿਲਕੁਲ ਉਹ ਕਰ ਸਕਦੇ ਆ, ਕਿਉਂਕਿ ਪਾਰਟੀ ਵਿੱਚ ਨਵੀਂ ਜਾਂ ਨਵੇਂ ਬਦਲ ਦੇ ਤੌਰ 'ਤੇ ਅਗਰ ਪ੍ਰੈਜ਼ੈਂਟ ਕੀਤਾ ਜਾਂਦਾ ਹੈ ਤਾਂ ਲੋਕੀ ਨਾਲ ਜਿਹੜੇ ਅਟਰੈਕਟ ਹੋਣਗੇ, ਕਿਉਂਕਿ ਕਾਂਗਰਸ ਤੇ ਜਾਂ ਕੈਪਟਨ ਅਮਰਿੰਦਰ ਦੀ ਆਪਣੀ ਇਮੇਜ ਜਿਹੜੀ ਹੈਗੀ ਹੈ ਉਹ ਡਾਊਨ ਹੈਗੀ ਹੈ ਆਪਣੀ ਪਰਫਾਰਮੈਂਸ ਕਰਕੇ। ਪਰ ਨਵਜੋਤ ਸਿੱਧੂ ਜਿਹੜਾ ਇਹਦੇ ਵਿੱਚ ਬੜਾ ਹੈਲਪਿੰਗ ਹੈਂਡ ਸਾਬਿਤ ਹੋ ਸਕਦਾ ਹੈ, ਪ੍ਰੋਵਾਈਡਡ ਹੀ ਸ਼ੁੱਡ ਨਾਟ ਲੁੱਕ ਟੂ ਅਦਰ ਪਾਰਟੀਜ਼ ਕਿ ਮੈਂ ਭਾਜਪਾ ਵੱਲ ਜਾਣ ਲੱਗਾ, ਮੈਂ ਆਮ ਆਦਮੀ ਪਾਰਟੀ ਵੱਲ ਲੱਗਾ। ਇੱਥੇ ਹੀ ਰਹਿ ਕੇ ਆਪਣੀ ਜਗ੍ਹਾ ਬਣਾਉਣ, ਇੱਥੇ ਹੀ ਖੜੇ ਹੋ ਕੇ ਲੜਨ ਔਰ ਆਈ ਐਮ ਸ਼ੋਰ ਕਿ ਕਾਮਯਾਬੀ ਮਿਲ ਸਕਦੀ ਹੈ। ਓਕੇ, ਥੈਂਕ ਯੂ ਵੈਰੀ ਮਚ। ਮੈਂ ਆਪਣੇ ਤਿੰਨੇ ਸੀਨੀਅਰ ਜਰਨਲਿਸਟ ਜੋ ਸਰਬਜੀਤ ਪੰਦੇਰ, ਹਰਕਮਲ ਜੀ, ਏਐਸ ਪ੍ਰਾਸ਼ਾ, ਉਹਨਾਂ ਦਾ ਧੰਨਵਾਦੀ ਹਾਂ ਜਿਹੜੇ ਮੇਰੀ ਬੇਨਤੀ ਪ੍ਰਵਾਨ ਕਰਕੇ ਇਹਨਾਂ ਮੁੱਦਿਆਂ ਤੇ ਚੈਨਲ ਦੇ ਆਏ। ਦਰਸ਼ਕਾਂ ਦੇ ਲਈ ਸੁਨੇਹਾ, ਮੀਡੀਆ ਦੀ ਡਿਬੇਟ ਸੱਚ ਦੀ ਪੇਸ਼ਕਾਰੀ, ਉਮੀਦ ਹੈ ਤੁਹਾਨੂੰ ਪਸੰਦ ਆਏਗੀ। ਇਹਨਾਂ ਮੁੱਦਿਆਂ ਤੇ ਆਉਣ ਲਈ ਮੈਂ ਤਿੰਨੇ ਸੀਨੀਅਰ ਜਰਨਲਿਸਟ ਏਐਸ ਪ੍ਰਾਸ਼ਾ, ਸਰਬਜੀਤ ਪੰਦੇਰ, ਹਰਕਮਲ ਜੀ
ਮੈਂ ਤਿੰਨਾਂ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੀ ਬੇਨਤੀ ਪ੍ਰਵਾਨ ਕਰਕੇ ਚੈਨਲ ਤੇ ਇਹਨਾਂ ਮੁੱਦਿਆਂ ਤੇ ਸਾਡੇ ਨਾਲ ਆ ਕੇ ਜੁੜੇ। ਜਿੱਦਾਂ ਮੈਂ ਹਮੇਸ਼ਾ ਕਹਿਣਾ ਹੈ, ਨਜ਼ਰੀਏ ਦੀ ਡਿਬੇਟ ਮੀਡੀਆ ਦੀਆਂ ਨਜ਼ਰਾਂ 'ਚ ਸੱਚ ਦੀ ਪੇਸ਼ਕਰੀ। ਉਮੀਦ ਹੈ ਦਰਸ਼ਕਾਂ ਨੂੰ ਪਸੰਦ ਆਏਗੀ ਤੇ ਪੰਜਾਬ ਦੀ ਜਿਹੜੀ ਰੀਅਲ ਪਿਕਚਰ ਹੈ ਉਹਦੀ ਤਸਵੀਰ ਜਿਹੜੀ ਹੈਗੀ ਹੈ ਤੁਸੀਂ ਵੱਖ-ਵੱਖ ਜਿਹੜੇ ਕਮਿਊਨੀਕੇਸ਼ਨ ਦੇ ਸੋਰਸਸ ਹੈ ਇਸ ਡਿਬੇਟ ਦੇ ਰਾਹੀਂ ਸ਼ੇਅਰ ਜ਼ਰੂਰ ਕਰੋਗੇ। ਇਸ ਦੇ ਨਾਲ ਹੀ ਮੈਂ ਤੁਹਾਡੇ ਕੋਲੋਂ ਵੀ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।